हाँ जी सत श्री अकाल मेरे सारे भरावां नूं। अज बाई जी आए ने अपने कोल ते बाई सत श्री अकाल बुला दो बड़ी सारिਆਂ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਈ। ਤੇ ਬਾਈ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ। ਕਈ ਵੀਰ ਆਪਾਂ ਨੂੰ ਮੈਸੇਜ ਕਰਦੇ ਨੇ ਬੈਲਜੀਅਮ ਬਾਰੇ, ਜੋ ਕਿ ਯੂਰਪ ਦੇ ਵਿੱਚ ਸ਼ੈਨਿਗਨ ਜ਼ੋਨ ਦੇ ਵਿੱਚ ਪੈਂਦਾ ਬੈਲਜੀਅਮ ਕੰਟਰੀ ਆ। ਬਾਈ ਬਾਰਡਰ ਜਰਮਨ ਕੋਲ ਲੱਗਦਾ, ਜਰਮਨ ਲੱਗਦਾ, ਲੁਕਸਮਬਰਗ ਲੱਗਦਾ, ਫਰਾਂਸ ਲੱਗਦਾ, ਹਾਲੈਂਡ ਲੱਗਦਾ, ਤਿੰਨ ਬਾਰਡਰ ਲੱਗਦੇ ਨੇ ਜੀ। ਤੇ ਬਾਈ ਜੀ ਅੱਜ ਬਾਈ ਜੀ ਨਾਲ ਸਾਰੀ ਗੱਲ ਕਰਾਂਗੇ ਬੈਲਜੀਅਮ ਬਾਰੇ, ਕਿਉਂਕਿ ਜਦੋਂ ਮੈਂ ਯਾਰ ਆਪ ਵੀਡੀਓ ਬਣਾਉਣਾ ਤਾਂ ਕਈ ਬੰਦੇ ਯਕੀਨ ਕਰਦੇ ਨੇ, ਨਹੀਂ ਕਰਦੇ ਹਨਾ, ਕਿਉਂਕਿ ਮੈਂ ਬੈਲਜੀਅਮ ਗਿਆ ਨਹੀਂ ਹੈਗਾ ਤੇ ਮੈਂ ਬਿਨ ਚੱਕ ਕੇ ਕੈਮਰਾ ਵੀਡੀਓ ਬਣਾਈ ਜਾਵਾਂ, ਉਹ ਇੱਕ ਗੱਲ ਬਣਦੀ ਨਹੀਂ। ਤੇ ਬਾਈ ਜੀ ਅੱਜ ਬੈਲਜੀਅਮ ਕਾਫੀ ਸਾਲ ਰਹੇ ਨੇ, ਤਾਂ ਬਾਈ ਨੂੰ ਸਾਰੇ ਸਵਾਲ ਜਵਾਬ ਨੇ ਜੋ ਆਪਾਂ ਕਰਾਂਗੇ ਕਿ ਬੈਲਜੀਅਮ ਦਾ ਸਿਸਟਮ ਕਿੱਦਾਂ ਦਾ। ਤੇ ਤੁਸੀਂ ਸਾਰੀ ਫੁੱਲ ਵੀਡੀਓ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ ਨੂੰ ਭਰਾ ਬਣ ਕੇ। ਇਦਾਂ ਹੀ ਆਪਾਂ ਜਿਹੜੇ ਬੰਦੇ ਹੁਣ, ਇੱਕ ਮੁੰਡਾ ਫਰਾਂਸ ਤੋਂ ਆਇਆ ਤੇ ਇੱਕ ਜਰਮਨ ਤੋਂ ਆਇਆ, ਸਾਰਿਆਂ ਤੁਹਾਨੂੰ ਵੀਡੀਓ ਬਣਾਵਾਂਗੇ ਆਪਾਂ ਤੇ ਸਾਰੀ ਕਲੀਅਰ ਗੱਲ ਕਰਾਂਗੇ, ਸੱਚੇ ਦਿਲੋਂ ਕਰਾਂਗੇ, ਕੋਈ ਪੱਲੋਂ ਨਹੀਂ ਲਾਉਂਦੇ, ਜੋ ਵੀ ਗੱਲਾਂ ਹੋਣਗੀਆਂ। ਬਾਈ ਜੀ ਨਾਲ ਸਟਾਰਟ ਕਰਦੇ ਹਾਂ। ਚਲੋ ਬਾਈ ਜੀ, ਬੈਲਜੀਅਮ ਤੁਸੀਂ ਕਿੰਨੇ ਸਾਲ ਰਹੇ ਹੋ? ਬਈ ਮੈਂ ਬੈਲਜੀਅਮ 11 ਸਾਲ ਰਹਿ ਕੇ ਆਇਆ। ਹਾਂਜੀ ਬਾਈ ਜੀ ਬੈਲਜੀਅਮ 11 ਸਾਲ ਰਹੇ ਨੇ, ਪੂਰੇ 11 ਸਾਲ ਬੈਲਜੀਅਮ ਦੇ ਵਿੱਚ ਹੀ ਲਾਏ ਨੇ। ਤੇ ਭਾਜੀ ਹੁਣ ਪੁਰਤਗਾਲ ਮੂਵ ਹੋਏ ਨੇ। ਕਿੰਨਾ ਟਾਈਮ ਹੋ ਗਿਆ ਭਾਜੀ ਪੁਰਤਗਾਲ ਦੇ ਵਿੱਚ? ਮੈਨੂੰ 2 ਸਾਲ ਹੋ ਗਏ ਬਾਈ ਇੱਥੇ ਪੁਰਤਗਾਲ ਮੂਵ ਹੋਇਆ। ਤੇ ਭਾਜੀ ਪੇਪਰ ਬਣਾਉਣ ਪੁਰਤਗਾਲ ਹੀ ਆਏ ਨੇ, 2 ਸਾਲ ਹੋ ਗਏ ਪੁਰਤਗਾਲ ਦੇ ਵਿੱਚ। ਤੇ ਭਾਜੀ ਬੈਲਜੀਅਮ ਦਾ ਸਿਸਟਮ ਕਿਦਾਂ ਦਾ, ਕੰਟਰੀ ਕਿਦਾਂ ਦੀ ਹੈ, ਖਾਣਾ ਪੀਣਾ ਜਾਂ ਰਹਿਣ ਸਹਿਣ ਕਿਦਾਂ ਦਾ ਸਿਸਟਮ? ਵਧੀਆ ਬੈਲਜੀਅਮ ਬਾਈ ਜੀ ਬਹੁਤ ਵਧੀਆ, ਸ਼ੈਨਿਗਨ ਜ਼ੋਨ ਚ ਆਉਂਦੀ ਹੈ ਕੰਟਰੀ ਤੇ ਬਹੁਤ ਵਧੀਆ ਕੰਟਰੀ, ਸੋਹਣੀ। ਔਰ ਦੂਸਰਾ ਇਹ ਵੀ ਯੂਰਪ ਦੀ ਕੈਪੀਟਲ ਕੰਟਰੀ ਜਿਹੜੀ ਹੈ ਨਾ ਉਹ ਬੈਲਜੀਅਮ ਹੈ। ਜੋ ਯੂਰਪੀਅਨ ਯੂਨੀਅਨ ਦੇ ਜੋ ਵੀ ਕਾਰਵਾਈ ਹੁੰਦੀ ਹੈ ਉੱਥੇ ਬੈਲਜੀਅਮ ਦੇ ਵਿੱਚ ਹੁੰਦੀ ਹੈ ਯੂਰਪੀਅਨ। ਠੀਕ ਹੈ ਜੀ। ਤੇ ਬੈਲਜੀਅਮ ਦਾ ਰਹਿਣ ਸਹਿਣ ਬਹੁਤ ਵਧੀਆ, ਉੱਥੋਂ ਦੇ ਲੋਕਾਂ ਦਾ ਸਟੈਂਡਰਡ ਬਹੁਤ ਵਧੀਆ ਹੈ, ਰਹਿਣਾ ਸਹਿਣਾ। ਘਰ ਲੋਕ ਬਹੁਤ ਪਸੰਦ ਕਰਦੇ ਨੇ, ਘਰ ਬਣਾਉਣਾ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਰੱਖਣਾ, ਉਹ ਚੀਜ਼ਾਂ ਬਹੁਤ ਪਸੰਦ ਕਰਦੇ ਉਹ ਲੋਕ ਨਾ। ਠੀਕ ਹੈ ਜੀ। ਤੇ ਬੈਲਜੀਅਮ ਦੇ ਵਿੱਚ ਆਪਣਾ ਭਾਜੀ ਸਿਸਟਮ ਮਤਲਬ ਕਿ ਪੇਪਰਾਂ ਦਾ ਵੀ ਦੱਸਿਓ, ਸਾਰਾ ਕੁਝ ਦੱਸਿਓ। ਵੀ ਮਤਲਬ ਸੈਲਰੀ ਦੱਸੋ ਪਹਿਲਾਂ, ਸਭ ਤੋਂ ਪਹਿਲਾਂ ਸੈਲਰੀ ਆਪਾਂ ਪੁੱਛਦੇ ਵੀ ਸੈਲਰੀ ਦਾ ਜਦੋਂ ਆਪਾਂ ਅਨਲੀਗਲ ਆਉਣੇ ਆ, ਲੀਗਲ ਆਉਣੇ ਆ, ਤੁਸੀਂ ਐਂ ਦੱਸੋ ਪਹਿਲਾਂ ਸਟਾਰਟਿੰਗ ਤੋਂ ਦੱਸੋ ਵੀ ਤੁਸੀਂ ਕਿਹੜੇ ਵੀਜ਼ੇ ਤੇ ਆਏ ਸੀ ਬੈਲਜੀਅਮ ਦੇ ਵਿੱਚ? ਮੈਂ ਬਾਈ ਜੀ ਅੱਜ ਤੋਂ 11 ਸਾਲ ਪਹਿਲਾਂ, 13 ਸਾਲ ਪਹਿਲਾਂ, ਮਤਲਬ 2 ਸਾਲ ਮੈਨੂੰ ਇੱਥੇ ਹੋ ਗਿਆ, 11 ਸਾਲ ਉੱਥੇ। ਹਾਂ 11 ਸਾਲ 13 ਸਾਲ ਜਦੋਂ ਮੈਂ ਬਾਈ ਜੀ ਡੋਂਕੀ ਰਾਹੀਂ ਆਇਆ ਸੀਗਾ, ਕੋਈ ਵੀਜ਼ਾ ਨਹੀਂ ਸੀਗਾ, ਅਸੀਂ ਡੋਂਕੀ ਰਾਹੀਂ ਆਏ ਸੀ। ਬੈਲਜੀਅਮ ਤੋਂ ਡੋਂਕੀ ਕਿੱਥੋਂ ਲਈ ਸੀ ਭਾਜੀ? ਮੈਂ ਭਾਜੀ ਸਿੱਧਾ ਬੈਲਜੀਅਮ ਨਹੀਂ, ਮੈਂ ਪਹਿਲਾਂ ਆਸਟਰੀਆ ਚ ਐਂਟਰ ਹੋਇਆ ਸੀ, ਸਲੋਵਾਕੀਆ ਤੋਂ ਐਂਟਰ ਹੋਇਆ ਸੀ ਆਸਟਰੀਆ ਚ, ਉਸ ਤੋਂ ਬਾਅਦ ਬੈਲਜੀਅਮ ਗਿਆ। ਅੱਛਾ, ਉਸ ਤੋਂ ਬਾਅਦ ਤੁਸੀਂ ਬੈਲਜੀਅਮ ਆਏ? ਹਾਂਜੀ। ਠੀਕ ਆ ਭਾਜੀ। ਤੇ ਭਾਜੀ ਮਤਲਬ ਪਾਸਪੋਰਟ ਹੈਗਾ ਸੀ ਕਿ ਪਾਸਪੋਰਟ ਦੇ ਵੀਜ਼ਾ ਲੱਗਿਆ ਨਹੀਂ, ਕੋਈ ਡੋਂਕੀ ਸੀ ਉਹ ਤਾਂ? ਨਹੀਂ, ਉਹ ਆਪਣਾ ਵੀਜ਼ਾ ਕੋਈ ਨਹੀਂ, ਸਿੱਧਾ ਡੋਂਕੀ ਲਾਈ। ਸਿੱਧਾ ਡੋਂਕੀ ਲਾਈ ਸੀ। ਪਾਸਪੋਰਟ ਹੈਗਾ ਸੀ ਕੋਲ? ਤਾਂ ਮਾਸਕੋ ਤੱਕ ਵੀਜ਼ਾ ਸੀ, ਉਸ ਤੋਂ ਬਾਅਦ ਅੱਗੇ ਡੋਂਕੀ ਲਾਈ ਸੀ। ਪਾਸਪੋਰਟ ਜਿਹੜਾ ਉਹਨਾਂ ਨੇ ਉੱਥੇ ਰੱਖ ਲਿਆ ਸੀ ਸਾਡਾ। ਪਾਸਪੋਰਟ ਰੱਖੇ ਲਿਆ ਸੀ, ਪਾਸਪੋਰਟ ਹੈ ਨਹੀਂ ਸੀ ਮਤਲਬ? ਉੱਥੇ ਰੱਖ ਲਿਆ। ਹਾਂਜੀ ਹਾਂ। ਠੀਕ ਹੈ ਜੀ। ਤੇ ਹੁਣ ਜੇ ਤੁਸੀਂ ਮਤਲਬ ਕੰਮ ਕਰ ਕੀ ਕਰਦੇ ਸੀ ਬੈਲਜੀਅਮ ਦੇ? ਕੰਮ ਹੈ ਕੀ ਨੇ ਜਿਹੜੇ ਆਪਣੇ ਲੀਗਲ ਬੰਦਾ ਜਾਂਦਾ, ਕੋਈ ਸ਼ੈਨਿਗਨ ਵੀਜ਼ੇ ਤੇ ਜਾਂਦੇ ਨੇ ਤੇ ਕੋਈ ਅਨਲੀਗਲ ਵੀ ਜਾਂਦੇ ਨੇ, ਮਤਲਬ ਡੋਂਕੀ ਲਾ ਕੇ ਕਿਤੇ, ਤੇ ਕੰਮ ਹੈ ਕੀ ਨੇ ਤੇ ਕੰਮ ਮਿਲ ਜਾਂਦਾ ਉੱਥੇ? ਹਾਂਜੀ ਬਾਈ, ਕਿੱਦਾਂ ਦੇ ਕੰਮ ਨੇ? ਜ਼ਿਆਦਾਤਰ ਉੱਥੇ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ ਨਾ, ਉਹ ਜ਼ਿਆਦਾਤਰ ਖੇਤੀ 'ਚ ਕੰਮ ਕਰਦੇ ਆ। ਉਸ ਤੋਂ ਬਾਅਦ ਹੁਣ ਕਾਫੀ ਉੱਥੇ ਮਤਲਬ ਕਿ ਡਿਵੈਲਪ ਹੋਣ ਕਰਕੇ ਜਿਹੜੇ ਆਪਣੇ ਪੰਜਾਬੀ ਲੋਕ ਹੁਣ ਕਾਫੀ ਸਮੇਂ ਤੋਂ ਉੱਥੇ ਰਹਿ ਰਹੇ ਨੇ। ਹੁਣ ਉਹਨਾਂ ਦੇ ਆਪਣੇ ਕਾਰ ਵਾਸ਼ ਵੀ ਨੇ, ਨਾਈਟ ਸ਼ਾਪਾਂ ਵੀ ਨੇ, ਸਟੋਰ ਵੀ ਨੇ ਆਪਣੇ, ਮਤਲਬ ਹੁਣ ਕਾਫੀ ਹੋ ਗਿਆ ਉੱਥੇ। ਆਪਣੇ ਬੰਦੇ ਦੇ ਕੰਮ ਹੋ ਗਏ। ਜ਼ਿਆਦਾਤਰ ਜਿਹੜੇ ਅਨਲੀਗਲ ਲੋਕ ਨੇ ਨਾ, ਉਹ ਜ਼ਿਆਦਾਤਰ ਖੇਤੀ 'ਚ ਹੀ ਕੰਮ ਕਰਦੇ ਨੇ। ਤੇ ਉਦਾਂ ਲੀਗਲ ਵੇ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ, ਫਿਰ ਰੈਸਟੋਰੈਂਟ ਵੀ ਹੈ ਨੇ ਉੱਥੇ, ਰੈਸਟੋਰੈਂਟ 'ਚ ਵੀ ਕਾਫੀ ਕੰਮ ਮਿਲ ਜਾਂਦਾ ਹੈ। ਤੇ ਅਨਲੀਗਲ ਬੰਦੇ ਨੂੰ ਮਿਲ ਜਾਂਦਾ ਜਿੱਦਾਂ ਕੋਈ? ਹਾਂਜੀ, ਅਨਲੀਗਲ ਬੰਦੇ ਨੂੰ ਖੇਤਾਂ ਦੇ ਵਿੱਚ ਕੰਮ ਤਕਰੀਬਨ ਮਿਲ ਹੀ ਜਾਂਦਾ, ਕਿਉਂਕਿ ਉੱਥੇ ਸੀਜ਼ਨੇਬਲ ਕੰਮ ਨੇ, ਉਹਦੇ ਵਿੱਚ ਕੰਮ ਮਿਲ ਹੀ ਜਾਂਦਾ। ਤੇ ਭਾਜੀ ਮਤਲਬ ਕਿ ਹੁਣ ਸੈਲਰੀ ਬਾਰੇ ਦੱਸੋ ਵੀ ਕਿਹੜੇ ਚ ਸੈਲਰੀ ਵੱਧ ਆ, ਕਿਹੜੇ ਕੰਮ ਚ ਘੱਟ ਆ, ਵੀ ਅੱਡ ਸੈਲਰੀ ਹੁੰਦੇ ਨੇ? ਤੇ ਕੰਟਰੈਕਟ ਦਾ ਕੁਝ ਹੈਗਾ ਚੱਕਰ ਉੱਥੇ? ਕੋਈ ਕਿੱਦਾਂ ਦਾ ਕੰਟਰੈਕਟ ਹੈ? ਕਿੰਨੀ ਸੈਲਰੀ ਮਿਨੀਮਮ ਮੈਕਸਿਮਮ ਸੈਲਰੀ ਕਿੰਨੀ ਹੈ? ਸੈਲਰੀ ਬਾਈ ਇਦਾਂ ਵੀ ਜਿੱਦਾਂ ਜ਼ਿਆਦਾਤਰ ਲੋਕ ਖੇਤਾਂ 'ਚ ਕੰਮ ਕਰਦੇ ਨੇ, ਉਹਨਾਂ ਦੀ ਪਰ ਆਵਰ 6.5-7 ਘੰਟੇ ਦੇ ਜਿਹੜੇ ਮਿਲਦੇ ਨੇ। ਠੀਕ ਹੈ ਜੀ। ਇੱਥੋਂ ਸਟਾਰਟਿੰਗ ਜਿਹੜੀ ਹੁੰਦੀ ਹੈ, ਜੇ ਆਪਾਂ ਲੀਗਲ ਤੌਰ ਤੇ ਜਿੱਦਾਂ ਜਿਨ੍ਹਾਂ ਕੋਲ ਉੱਥੇ ਪੇਪਰ ਨੇ ਵਗੈਰਾ, ਜਾਂ ਕੋਈ ਵਰਕ ਪਰਮਿਟ ਦਾ ਸਿਸਟਮ ਤਾਂ ਹੈ ਨਹੀਂ ਉੱਥੇ, ਪਰ ਜਿਹੜੇ ਜਿਨ੍ਹਾਂ ਕੋਲ ਪੇਪਰ ਨੇ, ਜਾਂ ਕੋਈ ਯੂਰਪ ਦੀ ਕੰਟਰੀ ਦੇ ਵਿੱਚ ਕੋਈ ਕਾਰਡ ਯੂਰਪੀਅਨ ਯੂਨੀਅਨ ਦਾ ਲੈ ਕੇ ਜਾਂਦਾ ਉੱਥੇ, ਤਾਂ ਫਿਰ ਉਹਨਾਂ ਦੀ ਜਿਹੜੀ ਸੈਲਰੀ ਉਹ 9-10 ਯੂਰੋ ਘੰਟੇ ਦੇ ਹਿਸਾਬ ਨਾਲ ਵੀ। ਹਾਂਜੀ। ਤੇ ਬਾਈ ਨੇ ਦੱਸਿਆ ਵੀ 9-10 ਯੂਰੋ ਘੰਟੇ ਦੇ ਹਿਸਾਬ ਨਾਲ ਸੈਲਰੀ ਆ ਉੱਥੇ। ਆਪਾਂ ਅਨਲੀਗਲ ਤੇ ਤੌਰ ਤੇ ਕੰਮ ਕਰਦੇ ਆ, ਜਿੱਦਾਂ ਆਪਾਂ ਨਹੀਂ ਆਪਣੀ ਪੇਪਰੀ ਕਾਰਵਾਈ ਕਰਾਉਣਾ ਚਾਹੁੰਦੇ ਤਾਂ ਕੰਮ ਕਰ ਰਹੇ ਆ ਉੱਥੇ, ਫਿਰ 6.5-7 ਯੂਰੋ 6 ਯੂਰੋ ਤਾਂ ਵੀ 6.5 ਯੂਰੋ ਘੰਟਾ ਆਪਾਂ ਨੂੰ ਮਿਲ ਜਾਂਦਾ ਅਨਲੀਗਲ ਤੌਰ ਤੇ, ਜਿਹੜਾ ਮਿਲ ਹੀ ਜਾਂਦਾ, ਮਿਨੀਮਮ ਮਿਲ ਹੀ ਜਾਂਦਾ ਵੀ ਅਨਲੀਗਲ ਤੌਰ ਤੇ ਵੀ। ਤੇ ਕੰਮ ਕਾਦੇ ਮਤਲਬ ਕਿ ਹੁਣ ਤੁਸੀਂ ਕੰਮ ਕਾਹਦਾ ਕਰਦੇ ਸੀ ਭਾਜੀ? ਅਸੀਂ ਭਾਜੀ ਜਿੱਦਾਂ ਨਾ ਖੇਤੀ 'ਚ ਹੀ ਕੰਮ ਸੀਗਾ, ਉੱਥੇ ਸੇਬਾਂ ਦਾ ਕੰਮ ਬਹੁਤ ਹੈ। ਹਾਂਜੀ। ਤੇ ਗੱਬੂ ਗੋਸ਼ੇ ਜਿਨ੍ਹਾਂ ਨੂੰ ਇੱਥੇ ਪੇਰੇ ਕਹਿੰਦੇ ਨੇ ਇੱਥੇ, ਨਾਸਪਤੀ ਹੁੰਦੇ ਨੇ, ਹਾਂ, ਉਹਦਾ ਕੰਮ ਬਹੁਤ ਹੈ। ਸਟ੍ਰਾਬੇਰੀ ਦਾ ਕੰਮ ਬਹੁਤ ਹੈ ਉੱਥੇ। ਹਾਂਜੀ। ਫਿਰ ਸਲਾਦ ਦਾ ਕੰਮ ਬਹੁਤ ਉੱਥੇ ਹੈਗਾ। ਠੀਕ ਹੈ ਜੀ। ਫਿਰ ਕੰਮ ਅਸੀਂ ਇਹੋ ਹੀ ਜ਼ਿਆਦਾ ਕਰਦੇ ਸੀ, ਪੈਕਿੰਗ ਦਾ ਕੰਮ ਕਰਨਾ ਪੈਂਦਾ, ਉਹਦੀ ਪੈਕਿੰਗ ਦਾ ਕੰਮ ਕਰਦੇ ਸੀ, ਉਹ ਕੰਮ ਹੀ ਜ਼ਿਆਦਾ ਕਰਦੇ ਸੀ। ਤੇ ਭਾਜੀ ਦੱਸੋ ਵੀ ਆਪਣਾ ਸੈਲਰੀ ਵੀ ਹੋਗੀ, ਮਤਲਬ ਕਿ ਟੋਟਲ ਮਹੀਨੇ ਦੀ ਸੈਲਰੀ ਵੀ ਦੱਸ ਦਿਓ, ਕਈ ਬੰਦੇ ਫਿਰ ਬਾਅਦ ਚ ਪੁੱਛਦੇ ਮਹੀਨੇ ਦੀ ਸੈਲਰੀ ਟੋਟਲ? ਮਹੀਨੇ ਦੀ ਸੈਲਰੀ ਜਿੱਦਾਂ ਬਾਈ ਜੀ ਹੁਣ ਅਸੀਂ ਆਪਣਾ
ਆਪਣਾ ਕਿੰਨੇ ਦਿਨ ਕੰਮ ਸੀ? ਮੇਰਾ ਐਕਸਪੀਰੀਅੰਸ ਅਸੀਂ ਕੰਮ ਕਰਦੇ ਸੀ ਉੱਥੇ, ਜਿੱਦਾਂ ਹੁਣ ਸੀਜ਼ਨ ਦਾ ਟਾਈਮ ਹੈ 7 ਦਿਨ ਕੰਮ ਵੀ ਕਰੀਦਾ ਸੀ, 7 ਦਿਨ ਵੀ ਕਰੀਦਾ, 7 ਦਿਨ ਵੀ ਕਰੀਦਾ ਸੀ। ਔਰ ਕਈ ਵਾਰੀ ਨਾਰਮਲ ਤਾਂ 8 ਘੰਟੇ ਦਾ ਕੰਮ ਹੁੰਦਾ ਹੀ ਹੁੰਦਾ, ਕਈ ਵਾਰੀ 10-10 ਘੰਟੇ 12 ਵੀ ਲੱਗ ਜਾਂਦੇ, ਉਹਦੇ ਹਿਸਾਬ ਨਾਲ ਸੈਲਰੀ ਆਉਂਦੀ ਹੈ। ਬਟ ਮਿਨੀਮਮ ਜੇ ਆਪਾਂ ਲਾਈਏ ਨਾ, ਤੇ ਜੇ ਆਪਾਂ 5 ਦਿਨ ਜਾਂ 6 ਦਿਨ ਕੰਮ ਕਰਦੇ ਆ 1400-1500 ਯੂਰੋ ਸੈਲਰੀ ਆਪਣੀ ਬਣ ਜਾਂਦੀ ਹੈ। ਹਾਂਜੀ, ਬੈਲਜੀਅਮ ਦੇ ਵਿੱਚ ਦੇਖ ਲਓ ਭਾਜੀ ਵੀ 22-11 ਸਾਲ ਲੈਨੇ 14-1500 ਯੂਰੋ ਨਾਰਮਲ ਆਪਣੀ ਸੈਲਰੀ ਉੱਥੇ ਬਣ ਜਾਂਦੀ ਹੈ, ਕਿਉਂਕਿ 6.5 ਯੂਰੋ ਘੰਟਾ 7 ਯੂਰੋ ਘੰਟਾ ਮਿਲਦਾ। ਜਿੱਦਾਂ ਹੁਣ ਇਹ ਟਾਈਮ ਹੈ ਨਾ ਸੀਜ਼ਨ ਦਾ ਟਾਈਮ ਹੁੰਦਾ, ਹਾਂਜੀ ਚੱਲ ਰਹੇ ਨੇ ਜੁਲਾਈ ਅਗਸਤ ਸਤੰਬਰ, ਇਹ ਜਿਹੜੇ ਮਹੀਨੇ ਗਰਮੀ ਦਾ ਟਾਈਮ ਚੱਲ ਰਿਹਾ, ਇਹਦੇ ਵਿੱਚ ਲੋਕ 2-2000 ਯੂਰੋ 2500 ਵੀ ਕਮਾਉਂਦੇ ਆ। ਬਟ ਉਹ ਇਹ ਵੀ ਸਾਨੂੰ ਫਿਰ ਲੌਂਗ ਟਾਈਮ ਕੰਮ ਕਰਨਾ ਪੈਂਦਾ, ਜਿੱਦਾਂ ਦਿਹਾੜੀ ਦੇ 12 ਘੰਟੇ ਵੀ ਕਰਨਾ, 12 ਘੰਟੇ ਲਾ ਕੇ 2500 ਯੂਰੋ 2000 ਵਿੱਚ ਕਮਾ ਤੁਸੀਂ ਸਕਦੇ ਹੋ ਨਾਰਮਲ। ਹਾਂਜੀ ਠੀਕ ਹੈ ਭਾਜੀ। ਤੇ ਆਪਣਾ ਉੱਥੇ ਪੇਪਰਾਂ ਦਾ ਕੀ ਸਿਸਟਮ ਹੈ? ਪੇਪਰ ਜਿਵੇਂ ਕੋਈ ਸ਼ੈਨਿਗਨ ਵੀਜ਼ਾ ਲੈ ਕੇ ਆ ਰਿਹਾ, ਕੋਈ ਬਾਈ ਅਨਲੀਗਲ ਆ ਰਿਹਾ, ਕੋਈ ਟੂਰਿਸਟ ਵੀਜ਼ਾ, ਜਿੱਦਾਂ ਵੀ ਆ ਰਿਹਾ, ਮਤਲਬ ਪੇਪਰ ਮਿਲਦੇ ਨੇ ਜਾਂ ਨਹੀਂ ਮਿਲਦੇ? ਸੱਚਾਈ ਦੱਸਿਓ ਦਿਲ ਤੋਂ ਵੀ, ਪੂਰੀ ਸੱਚਾਈ ਦੱਸ ਦਿਓ ਬਾਈਆਂ ਨੂੰ ਵੀ ਕਿੱਦਾਂ ਮਿਲਦੇ ਨੇ। ਬਾਈ ਜੀ ਮੇਰਾ ਐਕਸਪੀਰੀਅੰਸ ਹੈ ਨਾ ਉੱਥੇ ਦਾ, ਹਾਂਜੀ, ਜੇ ਕੋਈ ਵੀ ਬੰਦਾ ਜਿੱਦਾਂ ਉੱਥੇ ਆ ਰਿਹਾ ਨਾ, ਉੱਥੇ ਪੇਪਰਾਂ ਲਈ ਬਹੁਤ ਉਹਨੂੰ ਨਾ ਮਤਲਬ ਸਟਰਗਲ ਕਰਨਾ ਪੈਂਦਾ। ਕੋਈ ਵੀ ਚਾਹੇ ਕੋਈ ਸੈਨਿਗਨ ਵੀਜ਼ੇ ਤੇ ਆ ਰਿਹਾ ਜਾਂ ਕੋਈ ਲੀਗਲ ਆ ਰਿਹਾ, ਅਨਲੀਗਲ ਆ ਰਿਹਾ, ਹਾਂਜੀ, ਉਹਦੇ ਲਈ ਪੇਪਰਾਂ ਲਈ ਬਹੁਤ ਔਖਾ ਹੈ ਉੱਥੇ, ਕਿਉਂਕਿ ਪੇਪਰਾਂ ਲਈ ਜਿਹੜਾ ਹੈ ਨਾ, ਕੋਈ ਵੀ ਇਮੀਗ੍ਰੇਸ਼ਨ ਪਹਿਲਾਂ ਖੁੱਲਦੀ ਸੀ 10 ਸਾਲ ਬਾਅਦ, ਹੁਣ ਉੱਥੇ ਇਮੀਗ੍ਰੇਸ਼ਨ ਦਾ ਵੀ ਕੋਈ ਏਡਾ ਚਾਂਸ ਨਹੀਂ ਹੈਗਾ ਖੁੱਲਣ ਦਾ, ਜਾਂ ਕਿੱਦਾਂ ਵੀ ਆਪਾਂ ਪੱਕੇ ਹੋ ਜਾ। ਉੱਥੇ ਸਿਰਫ ਇੱਕੋ ਹੀ ਵੇ ਹੈਗਾ ਵੀ ਆਪਣਾ ਜਾਂ ਤਾਂ ਉੱਥੇ ਵਿਆਹ ਕਰਾਓ, ਵਿਆਹ ਗੋਰੀ ਨਾਲ ਕਰਾਉਣਾ, ਲਿਵਿੰਗ ਰਿਲੇਸ਼ਨ ਦੇ ਵਿੱਚ ਉੱਥੇ ਜਿਹੜੇ ਸਭ ਤੋਂ ਸੌਖੇ ਪੇਪਰ ਲਿਵਿੰਗ ਰਿਲੇਸ਼ਨ ਦੇ ਵਿੱਚ ਮਿਲ ਜਾਂਦੇ ਨੇ। ਠੀਕ ਹੈ, ਮੱਗੇ ਇਦਾਂ ਪੇਪਰ ਨਹੀਂ ਮਿਲਦੇ ਛੇਤੀ, ਪਰ ਉਹ ਵੀ 3 ਸਾਲ ਆਪਾਂ ਨੂੰ ਲੱਗ ਜਾਂਦੇ ਆ, ਲਿਵਿੰਗ ਰਿਲੇਸ਼ਨ ਦੇ ਵਿੱਚ ਵੀ 3 ਸਾਲ ਜਿਹੜੇ ਆ ਆਪਣੇ ਲੱਗ ਜਾਂਦੇ ਆ। ਮਤਲਬ ਕਿ ਬੈਲਜੀਅਮ ਦੇ ਪੇਪਰ ਲੈਣੇ ਕੋਈ ਮਤਲਬ ਸੌਖੇ ਨਹੀਂ ਹੈਗੇ ਹਨਾ, ਕਿ ਜਿਹੜੇ ਬੰਦੇ ਬਾਈ ਜੀ ਪੁੱਛਦੇ ਨੇ ਕਿ ਬੈਲਜੀਅਮ ਦੇ ਪੇਪਰ ਬਣ ਜਾਣਗੇ ਜਾਂ ਹਨਾ ਉਹਦੇ ਬਣ ਜਾਣਗੇ, ਤਾਂ ਬਾਈ ਨੇ 11 ਸਾਲ ਲਾਏ ਨੇ ਤੇ ਬੈਲਜੀਅਮ ਦੇ ਪੇਪਰ ਨਹੀਂ ਮਿਲੇ। ਭਾਈ ਹੁਣ ਤੁਹਾਨੂੰ ਮਿਲੇ ਨੇਗੇ ਪੇਪਰ? ਜਿਵੇਂ ਨਹੀਂ ਬਾਈ ਮੈਨੂੰ ਨਹੀਂ ਮਿਲੇ, ਮੈਨੂੰ 11 ਸਾਲ ਲਾ। ਤੇ ਪੁਰਤਗਾਲ ਬਾਰੇ ਵੀ ਦੱਸੋ, ਤੁਸੀਂ ਪੁਰਤਗਾਲ ਮੂਵ ਹੋਏ ਹੋ ਤੇ ਪੇਪਰ ਬਣਾਉਣ ਦੀ ਹੋਏ ਇੱਥੇ, ਤੇ ਹੁਣ ਪਾਸਪੋਰਟ ਦਾ ਕਿੱਦਾਂ ਕੀਤਾ ਤੁਸੀਂ ਪੁਰਤਗਾਲ ਦੇ ਵਿੱਚ? ਜਦੋਂ ਕੋਈ ਪਾਸਪੋਰਟ ਨਹੀਂ ਹੈਗਾ ਸੀ ਉਹ ਵੀ ਦੱਸਣਗੇ ਬਾਈ। ਬਾਈ ਇਦਾਂ ਹੈ ਨਾ ਵੀ ਪਾਸਪੋਰਟ ਜੇ ਤੁਹਾਡੇ ਕੋਲ ਨਹੀਂ ਹੈਗਾ, ਜਿੱਦਾਂ ਯੂਰਪ ਦੇ ਵਿੱਚ ਬਹੁਤ ਆਪਣੇ ਲੋਕ ਰਹਿ ਰਹੇ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੈਗਾ, ਪੁਰਾਣੇ ਆਏ ਹੋਏ ਨੇ, ਉਹਨਾਂ ਲਈ ਫਿਰ ਇਦਾਂ ਵੀ ਇੱਥੇ ਆਓ, ਆਪਣੇ ਜਿਹੜੇ 1-2 ਪੇਪਰ ਬਣਦੇ ਆ ਉਹ ਬਣਾਓ, ਕੰਮ ਦਾ ਕੰਟਰੈਕਟ ਲਾਓ, ਜਿਹੜੀਆਂ ਸ਼ਰਤਾਂ ਕਹਿੰਦੇ ਆ ਪੂਰੀਆਂ ਕਰੋ, ਪਾਸਪੋਰਟ ਦਿੰਦੇ ਆ, ਕੋਈ ਏਡੀ ਗੱਲ ਨਹੀਂ। ਐਮਬੈਸੀ ਪਾਸਪੋਰਟ ਆਪਣੀ ਦੇ ਦਿੰਦੀ ਹੈ, ਇਸ਼ੂ ਕਰ ਦਿੰਦੀ ਹੈ। ਕਈ ਵਾਰੀ ਥੋੜਾ ਜਿਹਾ ਆਪਾਂ ਨੂੰ ਸਟਰਗਲ ਕਰਨਾ ਪੈਂਦਾ ਹੈ ਉਹਦੇ ਵਿੱਚ, ਬਟ ਦਿੰਦੇ ਆ। ਹਾਂਜੀ, ਕਈ ਹੁਣ ਜਿਹੜੇ ਵੀਰ ਆਪਣੇ ਜਰਮਨ ਫਰਾਂਸ ਵਿੱਚ ਰਹਿੰਦੇ ਨੇ ਉਹ ਵੀ ਸੁਣ ਲੈਣ ਕਿ ਜਿਨ੍ਹਾਂ ਕੋਲ ਅਨਲੀਗਲ ਆਏ ਨੇ, ਜਿਵੇਂ ਬਾਈ ਵੀ 11 ਸਾਲ ਲਾ ਕੇ ਬੈਲਜੀਅਮ ਦੇ ਵਿੱਚ ਅਨਲੀਗਲ ਆਇਆ ਸੀ ਤੇ ਪਾਸਪੋਰਟ ਬਾਈ ਦੇ ਕੋਲ ਹੈ ਨਹੀਂ ਸੀ, ਤੇ ਉਹ ਪੁਰਤਗਾਲ ਆ ਕੇ ਪਾਸਪੋਰਟ ਇਸ਼ੂ ਕਰਾ ਕੇ ਬਣਵਾਉਣਗੇ ਹੁਣ, ਤੇ ਇੱਥੋਂ ਦੇ ਸਾਰੇ 2 ਸਾਲ ਅੱਗੇ ਬਾਈ ਨੂੰ ਪੇਪਰ ਬਣਵਾਏ ਹੋਏ ਨੇ, ਟੈਕਸ ਦੇ ਰਹੇ ਨੇ ਹਨਾ ਬਾਈ ਜੀ? ਮੇਰਾ ਆ ਕੇ ਬਿਲਕੁਲ ਆ ਚੁੱਕਿਆ, ਮੇਰਾ ਕਾਰਡ। ਹਾਂਜੀ ਬਾਈ ਜੀ ਦਾ ਕਾਰਡ ਆ ਚੁੱਕਿਆ, ਬਾਈ ਜੀ ਦਾ ਪਾਸਪੋਰਟ ਬਣ ਗਿਆ ਸੀ, ਮਤਲਬ ਕਿ ਸਾਰਾ ਕੁਝ। ਹਾਂਜੀ, ਪਾਸਪੋਰਟ ਕਿੰਨੇ ਟਾਈਮ ਬਾਅਦ ਬਣਿਆ ਤੁਹਾਡਾ ਪੁਰਤਗਾਲ ਆ ਕੇ? ਪਾਸਪੋਰਟ ਲੱਗ ਜਾਂਦੇ ਆ 3-4 ਮਹੀਨੇ, 4 ਮਹੀਨੇ ਦੇ ਵਿੱਚ ਪਾਸਪੋਰਟ ਬਾਈ ਜੀ ਦਾ ਬਣ ਗਿਆ। ਤੇ ਅੱਜ ਦੇ ਟਾਈਮ ਬਾਈ ਜੀ ਕੋਲ ਕਾਰਡ ਹੈ, ਤੇ ਕਿੰਨੇ ਸਾਲ ਭਾਜੀ? 2 ਸਾਲ ਹੀ? 2 ਸਾਲ ਦਾ ਕਾਰਡ ਆ ਭਾਜੀ ਕੋਲ, TRC ਹੈ ਪੁਰਤਗਾਲ ਦੀ। ਦੇਖੋ ਵੀ 11 ਸਾਲ ਅਨਲੀਗਲ ਰਹਿ ਕੇ ਬੈਲਜੀਅਮ ਦੇ ਵਿੱਚ, ਤਾਂ ਪੁਰਤਗਾਲ ਨੇ 2 ਸਾਲ ਦਾ TRC ਬਾਈ ਜੀ ਨੂੰ ਦਿੱਤੀ। ਹੁਣ ਬਾਈ ਜੀ ਬੈਸਟ ਵੀ ਇਹੋ ਹੀ ਆ ਵੀ ਜਿੱਦਾਂ ਕੋਈ ਵੀ ਜੇ ਯੂਰਪ ਚ ਮੂਵ ਹੋਣਾ ਚਾਹੁੰਦਾ ਹੈ, ਆਪਣਾ ਚਲੋ ਕੰਮ ਜਿਹੜੀ ਵੀ ਕੰਟਰੀ ਚ ਕਰਦਾ ਹੈ ਬੰਦਾ, ਇੱਥੇ ਪੇਪਰ ਬਣਾਓ, ਉਸ ਤੋਂ ਬਾਅਦ ਆਪਣਾ ਜਿੱਥੇ ਮਰਜ਼ੀ ਜਾ ਕੇ। ਹਾਂਜੀ ਹਾਂ, ਪਹਿਲਾਂ ਮਤਲਬ ਕਿ ਸਭ ਤੋਂ ਸੌਖਾ ਤਰੀਕਾ ਪੁਰਤਗਾਲ ਹੈ, ਉਹ ਸਾਰੀ ਦੁਨੀਆ ਮੰਨਦੀ ਹੈ ਕਿ ਸਭ ਤੋਂ TRC ਲੈਣ ਦਾ ਸੌਖਾ ਤਰੀਕਾ ਪੁਰਤਗਾਲ। ਪਰ ਫਿਰ ਵੀ ਜਿਹੜੇ ਵੀਰ, ਮੈਂ ਸਾਰਿਆਂ ਨੂੰ ਸਲਾਹ ਦੇਣਾ ਚਾਹੁੰਦਾ ਕਿ ਜਿਹੜੇ ਵੀਰ ਭਾਜੀ ਪਤਾ ਕੀ ਹੁੰਦਾ, ਕਈ ਵਾਰ ਵਿਆਜ ਨਹੀਂ ਭਰ ਹੁੰਦਾ ਇੰਡੀਆ ਦੇ ਵਿੱਚ, ਜਿਹੜੇ ਵੀਰ 12 ਲੱਖ ਲਾ ਕੇ ਆਉਂਦੇ ਨੇ, 13 ਲੱਖ, ਜਿਵੇਂ ਹੁਣ ਤੁਸੀਂ 11 ਸਾਲ ਲਾ ਕੇ ਬੈਲਜੀਅਮ ਫਿਰ ਵੀ ਪੇਪਰ ਬਣਵਾ ਲਏ ਪੁਰਤਗਾਲ ਦੇ, ਤਾਂ ਕਈ ਵੀਰਾਂ ਨੂੰ ਇਦਾਂ ਦੀ ਸਲਾਹ ਵੀ ਦਿੰਦਾ ਮੈਂ ਕਿ ਪਹਿਲਾਂ ਤੁਸੀਂ ਕਿਸੇ ਹੋਰ ਕੰਟਰੀ ਕੰਮ ਕਰੋ, ਅਨਲੀਗਲ ਕਰੋ, ਜਿੱਦਾਂ ਮਰਜ਼ੀ ਪੈਸੇ ਤਾਰ ਕੇ ਉਹ ਤੋਂ ਬਾਅਦ ਵੀ ਤੁਸੀਂ ਪੁਰਤਗਾਲ ਪੇਪਰ ਬਣਾ ਸਕਦੇ ਹੋ। ਹੁੰਦਾ ਪਹਿਲਾਂ ਜਦੋਂ ਆਉਂਦੇ ਹੋ ਤੁਸੀਂ ਕਿਸੇ ਵੀ ਵੀਜ਼ੇ ਤੇ ਆਉਂਦੇ ਹੋ, ਟੂਰਿਸਟ ਆਉਂਦੇ ਹੋ ਜਾਂ ਕਿਤੇ ਸਟੱਡੀ ਵੀਜ਼ੇ ਤੇ ਆਉਂਦੇ ਹੋ, ਤੁਹਾਡੇ ਕੋਲ ਜਿੰਨਾ ਚਿਰ ਵੀਜ਼ਾ ਵੈਲਿਡ ਹੁੰਦਾ ਉਹਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ, ਆਪਣੀਆਂ 27 ਕੰਟਰੀਆਂ ਉਹਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ। ਉਸ ਤੋਂ ਬੈਟਰ ਆਪਸ਼ਨ ਲੱਭੋ ਵੀ ਕਿਹੜੀ ਕੰਟਰੀ ਤੁਹਾਨੂੰ ਪੈਸੇ ਚੰਗੇ ਬਣਦੇ ਨੇ। ਚਲੋ ਜਿੱਦਾਂ ਮੈਂ ਬੈਲਜੀਅਮ ਰਿਹਾ, ਮੈਂ ਕਹਾਂਗਾ ਵੀ ਕੋਈ ਨਹੀਂ, ਤੁਸੀਂ ਉੱਥੇ ਬੈਲਜੀਅਮ ਮੂਵ ਹੋਵੋ, ਆਪਣਾ ਉੱਥੇ ਕੰਮ ਕਰੋ, ਸਾਲ 2 ਸਾਲ ਲਾਓ ਉੱਥੇ, ਆਪਣੇ ਪੈਸੇ ਪੂਰੇ ਕਰੋ। ਭਾਜੀ ਬੋਲੀ ਦਾ ਇੱਕ ਮੈਂ ਸਵਾਲ ਪੁੱਛਣਾ, ਬੋਲੀ ਦਾ ਕੀ ਚੱਕਰ ਆ ਉੱਥੇ? ਬੋਲੀ ਦਾ ਕੋਈ ਔਖਾ ਤਾਂ ਨਹੀਂ ਹੁੰਦਾ ਜਦੋਂ ਅਨਲੀਗਲ ਬੰਦਾ ਨਵਾਂ ਜਾਂਦਾ, ਤਾਂ ਕੀ ਹਿਸਾਬ ਬੋਲੀ ਦਾ? ਨਹੀਂ ਭਾਜੀ, ਬੋਲੀਆਂ ਉੱਥੇ 3 ਲੈਂਗੁਏਜ ਚੱਲਦੀਆਂ ਨੇ। ਹਾਂਜੀ, ਇੱਕ ਜਰਮਨ ਦੀ ਲੈਂਗੁਏਜ, ਡੱਚ ਲੈਂਗੁਏਜ ਚੱਲਦੀ, ਇੱਕ ਡੱਚ ਚੱਲਦੀ ਜਿਹੜੀ ਹਾਲੈਂਡ ਦੀ ਲੈਂਗੁਏਜ, ਇੱਕ ਫ੍ਰੈਂਚ ਚੱਲਦੀ ਜਿਹੜੀ ਫਰਾਂਸ ਦੀ ਲੈਂਗੁਏਜ ਹੈ। ਕਿਉਂਕਿ ਇੰਗਲਿਸ਼ ਦਾ ਕੀ ਹਿਸਾਬ ਹੈ ਭਾਜੀ? ਇੰਗਲਿਸ਼ ਵੀ ਉੱਥੇ ਚੱਲਦੀ ਹੈ ਬਹੁਤ, ਤਕਰੀਬਨ 80 ਤੋਂ 90% ਲੋਕ ਇੰਗਲਿਸ਼ ਬੋਲਦੇ ਨੇ। ਔਰ ਜਿਹੜੀ ਇੱਥੋਂ ਇਹਨਾਂ ਦੀ ਡੱਚ ਲੈਂਗੁਏਜ ਹੈ ਉਹ ਵੀ ਇੰਗਲਿਸ਼ ਦੇ ਨਾਲ ਮਿਲਦੀ ਜੁਲਦੀ ਹੈ, ਮਤਲਬ ਬਹੁਤ ਸੇ ਜਿਹੜੇ ਇੰਗਲਿਸ਼ ਜਾਣਦੇ ਆ ਲੋਕ, ਉਹ ਜਦੋਂ ਉਹਨੂੰ ਕੰਪੇਅਰ ਕਰਨਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਵੀ ਇੰਗਲਿਸ਼ ਨਾਲ ਬਹੁਤ ਮਿਲਦੀ ਲੈਂਗੁਏਜ ਦਾ ਏਡਾ ਦਿੱਕਤ ਨਹੀਂ। ਬਾਕੀ ਜਦੋਂ ਆਪਾਂ ਤੁਸੀਂ ਭਾਜੀ ਜਦੋਂ ਨਵੇਂ ਗਏ ਸੀ, ਮਤਲਬ ਕਿ ਉੱਥੇ ਐਂਟਰ ਹੋਏ ਨਵੇਂ 11 ਸਾਲ ਪਹਿਲਾਂ, ਤੇ ਕੀ ਸਿਸਟਮ ਸੀ, ਤੁਹਾਨੂੰ ਕੰਮ ਕਿੱਦਾਂ ਲੱਭਿਆ ਤੇ ਕੰਮ ਦਾ ਕੀ ਸਿਸਟਮ ਮਿਲਿਆ? ਮਤਲਬ ਕਿ ਕੋਈ ਬੰਦਾ ਮਿਲਿਆ ਕਿ ਇੰਗਲਿਸ਼ ਬੋਲਦਾ ਹੋਵੇ, ਸਮਝ ਕਿੱਦਾਂ ਆਇਆ ਉਹਨਾਂ ਦਾ?
ਨਹੀਂ ਪਰ ਉੱਥੇ ਨਾ ਜਿੱਦਾਂ ਅਸੀਂ ਜਦੋਂ ਆਏ ਸੀ ਉੱਥੇ ਕਜ਼ਨ ਸੀ ਮੇਰਾ ਤੇ ਅਸੀਂ ਉਹਨਾਂ ਕੋਲ ਆ ਕਿਉਂਕਿ ਅੱਗੇ ਤੋਂ ਅੱਗੇ ਇੱਕ ਦੂਜੇ ਬਾਂਹ ਫੜਦਾ ਹਾਂਜੀ ਨਾ ਤੇ ਫਿਰ ਉੱਥੇ ਜਦੋਂ ਆਏ ਅਸੀਂ ਪਹਿਲਾਂ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਹਿਲਾਂ ਸਟ੍ਰਿਕਟ ਜ਼ਿਆਦਾ ਸੀ ਕੰਟਰੀ ਨਾ ਉੱਥੇ ਰਹਿਣਾ ਵੀ ਬਹੁਤ ਔਖਾ ਸੀ ਘਰਾਂ 'ਚ ਕੰਟਰੋਲ ਵੀ ਹੁੰਦੇ ਸੀ ਘਰਾਂ 'ਚ ਕੰਟਰੋਲ ਹਾਂਜੀ ਲੋਕਾਂ ਨੂੰ ਘਰਾਂ 'ਚੋਂ ਤੜਕੇ ਫੜ ਲੈਂਦੇ ਜਿਨ੍ਹਾਂ ਕੋਲ ਨਹੀਂ ਸੀ ਪੇਪਰ ਮਤਲਬ ਕਿ ਉਹਨਾਂ ਨੂੰ ਤੰਗ ਕਰਦੇ ਸੀ ਲੋਕ ਅੱਛਾ ਮਤਲਬ ਕਿ ਪੁਲਿਸ ਦਾ ਹੈਗਾ ਚੱਕਰ ਉੱਥੇ ਹਾਂ ਹੈਗਾ ਬਟ ਹੁਣ ਬਹੁਤ ਘਟ ਗਿਆ ਹੁਣ ਲੋਕ ਬਹੁਤ ਸਾਰੇ ਉੱਥੇ ਲੋਕਾਂ ਕੋਲ ਪੇਪਰ ਨੇ ਕਾਫੀ ਲੋਕ ਸੈੱਟ ਹੋ ਗਏ ਨੇ ਆਪਣੇ ਘਰ ਲਏ ਆ ਤੇ ਚਲੋ ਬਹੁਤ ਹੁਣ ਸੌਖਾ ਹੁੰਦਾ ਪਹਿਲਾਂ ਬਹੁਤ ਜ਼ਿਆਦਾ ਔਖਾ ਸੀ ਮਤਲਬ ਕਿ ਬੈਲਜੀਅਮ ਦੇ ਵਿੱਚ ਕੰਮ ਦਾ ਇਦਾਂ ਵੀ ਕੰਮ ਜਦੋਂ ਆਪਾਂ ਉੱਥੇ ਜਾਂਦੇ ਆ ਕੋਈ ਚਲੋ ਪਹਿਲਾਂ ਤੇ ਆਪਾਂ ਨੂੰ ਇੱਕ ਦਾ ਬੰਦਾ ਲੱਭਣਾ ਪੈਂਦਾ ਜਿਹੜਾ ਵੀ ਆਪਣੀ ਜਾਣ ਪਛਾਣ ਦਾ ਹੋਵੇ ਉਸ ਤੋਂ ਬਾਅਦ ਫਿਰ ਇੱਕ ਵਾਰੀ ਜਦੋਂ ਤੁਸੀਂ ਕਿਧਰੇ ਵੀ ਕੰਟਰੀ ਜਾਂਦੇ ਹੋ ਫਿਰ ਭੇਤ ਆਂਦੇ ਕੰਮ ਵੀ ਮਿਲ ਜਾਂਦਾ ਕੋਈ ਏਡੀ ਹਾਂ ਏਡੀ ਕੋਈ ਗੱਲ ਨਹੀਂ ਹੈਗੀ ਮਤਲਬ ਕਿ ਬੈਲਜੀਅਮ ਦੇ ਵਿੱਚ ਪੈਸਾ ਵੀ ਵਧੀਆ ਬਣਦਾ ਜਿਹੜੇ ਵੀਰ ਹਨਾ ਆਪਾਂ ਤਾਂ ਇਹੀ ਸਲਾਹ ਦਵਾਂਗੇ ਕਿ ਜਿਹੜਾ ਵੀਰ ਕੋਈ ਬੈਲਜੀਅਮ 'ਚ ਵੀ ਕੰਮ ਕਰਨਾ ਚਾਹੁੰਦਾ ਪੈਸਾ ਵੀ ਕਾਰ ਵਾਸਤੇ ਦਾ ਕੰਮ ਦੇ ਪੈਸਾ ਵਧੀਆ ਬਣਦਾ ਹਾਂਜੀ ਕਾਰ ਵਾਸਤੇ ਵਧੀਆ ਇਸ ਟਾਈਮ ਆਪਣੇ ਬਹੁਤ ਸਾਰੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ ਨਾ ਉਹਨਾਂ ਦੇ ਬਹੁਤ ਸਾਰੇ ਕਾਰ ਵਾਸ਼ ਨੇ ਸਟੋਰ ਨੇ ਹਾਂਜੀ ਨਾਈਟ ਸ਼ਾਪਾਂ ਨੇ ਬਹੁਤ ਮਤਲਬ ਵਧੀਆ ਬਿਜ਼ਨਸ ਸੈੱਟ ਹੈ ਬਿਜ਼ਨਸ ਸੈੱਟ ਆਪਣੇ ਬੰਦਿਆਂ ਦਾ ਸੈੱਟ ਹੈ ਹਾਂਜੀ ਤੇ ਮਤਲਬ ਕਿ ਪੈਸਾ ਵੀ ਵਧੀਆ ਬਣਦਾ ਕੰਟਰੀ ਪੂਰੀ ਮਤਲਬ ਕਿ ਟੌਪ ਦੀ ਕੰਟਰੀ ਹੈ ਹਨਾ ਬੈਲਜੀਅਮ ਵਧੀਆ ਕੰਟਰੀ ਹੈ ਜੀ ਬਹੁਤ ਵਧੀਆ ਕੰਟਰੀ ਹੈ ਸੋਹਣੀ ਹੈ ਜਿਹੜੇ ਲੋਕ ਨੇ ਉੱਥੋਂ ਦੇ ਉਹ ਬਹੁਤ ਹੈਲਪਫੁਲ ਨੇ ਲੋਕ ਨੇ ਜਿਹੜੇ ਅੱਛਾ ਹੈਲਪ ਕਰਦੇ ਆ ਲੋਕਾਂ ਦੀ ਸਾਰਿਆਂ ਦੀ ਆਪਣੀ ਵੀ ਸਾਰੇ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹ ਵੀ ਲੋਕ ਬਹੁਤ ਨੇ ਜਿਹੜੇ ਬਹੁਤ ਚੰਗੇ ਨੇ ਇੱਕ ਦੂਜੇ ਦੀ ਹੈਲਪ ਕਰਦੇ ਨੇ ਠੀਕ ਆ ਭਾਜੀ ਹੁਣ ਆਪਾਂ ਸੈਲਰੀ ਵੀ ਦੱਸਤੀ ਕਿ 2500 ਯੂਰੋ ਬਣਦਾ ਆਪਾਂ ਪੇਪਰਾਂ ਬਾਰੇ ਵੀ ਦੱਸਤਾ ਕਿ ਬੈਲਜੀਅਮ ਦੇ ਵਿੱਚ ਭਾਜੀ ਪੇਪਰ ਹਨਾ ਬਣਦੇ ਨਹੀਂ ਹੈਗੇ ਛੇਤੀ ਮਤਲਬ ਕਿ ਤੁਸੀਂ ਰਿਲੇਸ਼ਨ 'ਚ ਰਹਿ ਕੇ ਹਨਾ ਪੇਪਰ ਬਣਾ ਸਕਦੇ ਹੋ ਦੇ ਵਿੱਚ ਜਾਂ ਗੋਰੀ ਨਾਲ ਵਿਆਹ ਕਰਾ ਕੇ ਕਿੰਨੇ ਟਾਈਮ 'ਚ ਮਿਲ ਜਾਂਦੇ ਨੇ ਭਾਜੀ ਉਹ ਵੀ ਮਤਲਬ ਕਿ ਜੇ ਆਪਾਂ ਵਿਆਹ ਵੀ ਕਰਾਉਂਦੇ ਆ ਨਾ ਸਾਲ 2 ਤਾਂ ਆਰਾਮ ਨਾਲ ਉਹਨੂੰ ਵੀ ਲੱਗ ਜਾਂਦੇ ਨੇ ਜੇ ਆਪਾਂ ਲਿਵਿੰਗ ਰਿਲੇਸ਼ਨ ਕਰਾਉਂਦੇ ਆ ਤਾਂ ਉਹ ਆਪਾਂ ਨੂੰ 3 ਸਾਲ ਦਾ ਟਾਈਮ ਲੱਗ ਜਾਂਦਾ ਭਾਜੀ ਠੀਕ ਹੈ ਮਤਲਬ ਇਸ ਟਾਈਮ ਉਹਨਾਂ ਦੇ ਜਿਹੜੇ ਲਾਅ ਦੇ ਵਿੱਚ ਨਾ 3 ਸਾਲ ਦਾ ਟਾਈਮ ਲੈ ਲੈਂਦੇ ਆ ਕਰਦੇ ਆ ਪੇਪਰ ਕਲੀਅਰ ਕਰਦੇ ਠੀਕ ਹੈ ਜੀ ਤੇ ਹੁਣ ਭਾਜੀ ਪੁਰਤਗਾਲ ਕਿੱਦਾਂ ਦਾ ਲੱਗਾ ਤੁਹਾਨੂੰ ਪੁਰਤਗਾਲ ਕੀ ਸਿਸਟਮ ਹੈ ਮਤਲਬ ਉਹ ਵੀ ਦੱਸੋ ਪੁਰਤਗਾਲ ਬਾਰੇ ਕੀ ਪੇਪਰ ਦੇਣ ਦੇ ਵਿੱਚ ਪੁਰਤਗਾਲ ਵੀ ਹਨਾ ਬਹੁਤ ਹੈਲਪਫੁਲ ਕੰਟਰੀ ਹੈ ਹਨਾ ਬਿਲਕੁਲ ਜੀ ਬਿਲਕੁਲ ਕਿਉਂਕਿ ਯੂਰਪ ਦੇ ਵਿੱਚ ਇਸ ਟਾਈਮ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੰਡੀਆ ਗਏ ਉਹ ਦੱਸੋ ਸਾਰੇ ਪਹਿਲਾਂ ਮੈਂ ਇਹ ਸਵਾਲ ਮੈਂ ਹੁਣ ਕਾਰਡ ਲੈ ਕੇ ਗੇੜਾ ਲਾ ਕੇ ਆਇਆ ਨੇ ਭਾਜੀ ਗੇੜਾ ਇੰਡੀਆ ਹਾਂਜੀ ਹੋ ਕੇ ਆਇਆ ਹੁਣੇ ਤੇ ਕਿੰਨੇ ਟਾਈਮ ਬਾਅਦ ਗਏ ਸੀ ਇੰਡੀਆ ਤੁਸੀਂ ਮੈਂ ਕਾਫੀ ਸਾਲਾਂ ਮੈਂ ਤੁਹਾਨੂੰ ਦੱਸਿਆ ਗਿਆ 12 ਸਾਲ ਬਾਅਦ ਗਿਆ 12 ਸਾਲ ਬਾਅਦ ਭਾਜੀ ਪੁਰਤਗਾਲ ਦੇ ਪੇਪਰਾਂ ਤੇ ਇੰਡੀਆ ਗਏ ਹਾਂਜੀ ਇੰਡੀਆ ਜਾ ਕੇ ਆਇਆ ਠੀਕ ਆ ਉੱਥੇ ਆਪਣਾ ਠੀਕ ਹੈ ਜੀ ਹੁਣ ਬੜਾ ਵਧੀਆ ਪੁਰਤਗਾਲ 'ਚ ਵੀ ਬੜਾ ਵਧੀਆ ਆਓ ਇੱਥੇ ਪੇਪਰ ਬਣਾਉਂਦੇ ਆ ਬਟ ਇਹ ਆ ਵੀ ਪਹਿਲਾਂ ਥੋੜਾ ਜਿਹਾ ਆਪਣਾ ਸਟਰਗਲ ਕਰਨੀ ਪੈਂਦੀ ਹੈ ਹਨਾ ਕਰਜ਼ਾ ਵਗੈਰਾ ਜਿਹੜਾ ਕੋਈ ਚੁੱਕਿਆ ਜਿਹੜੇ ਨਵੇਂ ਆਉਂਦੇ ਉਹ ਪਹਿਲਾਂ ਆਪਣਾ ਥੋੜਾ ਜਿਹਾ ਕਰਜ਼ਾ ਕਲੀਅਰ ਕਰੋ ਕਿਉਂਕਿ ਆਪਣੇ ਉੱਥੇ ਦੇ ਜਿਹੜੇ ਨੇ ਸਿਸਟਮ ਨੇ ਥੋੜੇ ਹੋਰ ਨੇ ਆਪਾਂ ਨੂੰ ਪਹਿਲਾਂ ਉਹ ਪੂਰਾ ਕਰਕੇ ਉਸ ਤੋਂ ਬਾਅਦ ਆਓ ਇੱਥੇ ਪੇਪਰ ਬਣਦੇ ਆ ਉਹੀ ਗੱਲ ਆ ਭਾਜੀ ਹੁਣ ਜਿਵੇਂ ਬੈਲਜੀਅਮ ਦੇ ਵਿੱਚ ਆਪਾਂ ਹੁਣ ਸਟੱਡੀ ਵੀਜ਼ੇ ਦਾ ਕੀ ਮਤਲਬ ਕਿ ਸਟੱਡੀ ਵੀਜ਼ੇ ਨਾਲ ਵੀ ਬੈਲਜੀਅਮ ਦੇ ਵਿੱਚ ਬੰਦੇ ਆਉਂਦੇ ਨੇ ਵੀਜ਼ੇ ਤੇ ਵੀ ਆਉਂਦੇ ਆ ਬਟ ਬਹੁਤ ਘੱਟ ਆਉਂਦੇ ਹੈ ਨਹੀਂ ਉੱਥੇ ਵੀ ਸਟੱਡੀ ਵੀਜ਼ੇ ਤੇ ਵੀ ਕੋਈ ਉਹਨਾਂ ਨੂੰ ਕੰਮ ਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਪੇਪਰ ਮਿਲ ਜਾਂਦਾ ਫਿਰ ਅਪਲਾਈ ਕਰਨਾ ਪੈਂਦਾ ਨਾ ਆਪਾਂ ਨੂੰ ਜਿੱਦਾਂ ਵਰਕ ਪਰਮਿਟ ਉਹ ਫਿਰ ਅਪਲਾਈ ਕਰਦੇ ਆ ਵੀ ਪਾਰਟ ਟਾਈਮ ਜੌਬ ਮਿਲਦੀਆਂ ਨੇ ਜਿੱਦਾਂ ਬਾਕੀ ਕੰਟਰੀਆਂ ਦੀ ਤਰ੍ਹਾਂ ਨਾ ਉੱਥੇ ਵੀ ਪਾਰਟ ਟਾਈਮ ਜੌਬ ਮਿਲਦੀ ਹੈ ਇੱਕ ਮੈਂ ਗੱਲ ਪੁੱਛੀ ਵਰਕ ਜਿਹੜਾ ਬੈਲਜੀਅਮ ਵਰਕ ਪਰਮਿਟ ਦਿੰਦਾ ਹੈ ਕਿ ਨਹੀਂ ਦਿੰਦਾ ਕਿ ਨਹੀਂ ਵਰਕ ਪਰਮਿਟ ਦਾ ਉੱਥੇ ਕੋਈ ਸਿਸਟਮ ਇਦਾਂ ਨਹੀਂ ਹੈ ਜਿਵੇਂ ਆਪਣੇ ਇੱਥੇ ਹੈਗਾ ਨਾ ਵੀ ਆਪਾਂ ਕਿਸੇ ਨੂੰ ਵਰਕ ਪਰਮਿਟ ਤੇ ਬੁਲਾ ਸਕਦੇ ਹਾਂ ਪਰ ਉੱਥੇ ਸਿਸਟਮ ਨਹੀਂ ਹੈ ਵੀ ਬੁਲਾ ਨਹੀਂ ਸਕਦੇ ਕਿਸੇ ਨੂੰ ਕਿਉਂਕਿ ਉੱਥੇ ਆ ਵੀ ਜਿਹੜੇ ਲੋਕ ਜਿਨ੍ਹਾਂ ਕੋਲ ਪੇਪਰ ਨੇ ਜਿਹੜੇ ਪੱਕੇ ਲੋਕ ਨੇ ਜਾਂ ਜਿਹੜੇ ਉੱਥੋਂ ਦੇ ਲੋਕ ਨੇ ਉਹ ਫਿਰ ਕਰਦੇ ਨੇ ਵੀ ਪਹਿਲਾਂ ਇਹਨਾਂ ਨੂੰ ਕੰਮ ਉਹ ਚਾਹੁੰਦੇ ਨੇ ਵੀ ਕੋਈ ਵੀ ਬੇਰੋਜ਼ਗਾਰ ਨਾ ਰਹੇ ਪਹਿਲਾਂ ਇਹਨਾਂ ਲੋਕਾਂ ਨੂੰ ਕੰਮ ਦਿਓ ਉਸ ਤੋਂ ਬਾਅਦ ਜੇ ਆਪਾਂ ਨੂੰ ਲੋੜ ਹੋਏਗੀ ਫਿਰ ਆਪਾਂ ਵਰਕ ਪਰਮਿਟ ਇਸ਼ੂ ਕਰਾਂਗੇ ਤਾਂ ਉਹ ਨਹੀਂ ਕਰਦੇ ਹੈਗੇ ਹਾਂਜੀ ਹਾਂ ਮਤਲਬ ਕਿ ਲੋਕ ਵਧੀਆ ਕੰਟਰੀ ਆ ਟੌਪ ਦੀ ਕੰਟਰੀ ਆ ਲੋਕ ਨੇ ਨਾ ਕੇਅਰ ਕਰਦੇ ਆ ਵੀ ਜਿਹੜੇ ਪਹਿਲਾਂ ਨੇ ਲੋਕ ਬੈਠੇ ਨੇ ਉਹਨੂੰ ਕੰਮ ਦੋ ਉਹਨਾਂ ਨੂੰ ਜੇ ਉਹ ਸਾਡੇ ਕੋਲ ਉਹਨਾਂ ਲਈ ਕੰਮ ਨਹੀਂ ਤਾਂ ਆਪਾਂ ਕਿਸੇ ਨੂੰ ਕਿ ਦੂਜੇ ਨੂੰ ਕੰਮ ਕਿੱਦਾਂ ਦੇ ਦਈਏ ਆਪਾਂ ਹਨਾ ਚਲੋ ਜੀ ਹਾਂਜੀ ਤਾਂ ਬਾਈ ਜੀ ਆਹੀ ਗੱਲ ਸੀ ਬੈਲਜੀਅਮ ਬਾਰੇ ਸਾਰੀ ਗੱਲ ਕਲੀਅਰ ਕਰਤੀ ਤਾਂ ਜੇ ਕੋਈ ਸਵਾਲ ਜਵਾਬ ਹੋਇਆ ਤਾਂ ਆਪਾਂ ਨੂੰ ਕਮੈਂਟ ਦੇ ਵਿੱਚ ਦਿਓ ਭਾਜੀ ਹੋਰ ਕੁਝ ਦੱਸਣਾ ਚਾਹੋਗੇ ਬੈਲਜੀਅਮ ਬਾਰੇ ਕੋਈ ਇਦਾਂ ਦੀ ਗੱਲ ਰਹਿ ਗਈ ਹੋਵੇ ਕੋਈ ਆਪਣੇ ਕਈ ਵਾਰ ਦਿਮਾਗ 'ਚ ਨਹੀਂ ਆਉਂਦੀ ਬਾਅਦ 'ਚ ਬੰਦੇ ਕਮੈਂਟਾਂ 'ਚ ਪੁੱਛਦੇ ਨੇ ਕੋਈ ਨਹੀਂ ਜੇ ਕੋਈ ਕਿਸੇ ਦਾ ਇਦਾਂ ਦਾ ਸਵਾਲ ਹੋਇਆ ਜਵਾਬ ਦਵਾਂਗੇ ਬਾਈ ਜੀ ਹਨਾ ਜਿੰਨੀ ਕਿ ਸਾਨੂੰ ਨੌਲੇਜ ਹੈ ਆਪਾਂ ਬਾਈ ਜੀ ਨੇ 11 ਸਾਲ ਪੂਰੇ ਬੈਲਜੀਅਮ ਦੇ ਵਿੱਚ ਹੀ ਲਾਏ ਨੇ ਆਪਾਂ ਬਾਈ ਨੂੰ ਸਾਰੀ ਹਨਾ ਜਿੰਨੀ ਕਿ ਨੌਲੇਜ ਦੀ ਸਾਰੀ ਬੈਲਜੀਅਮ ਬਾਰੇ ਦੱਸਤੀ ਤੇ ਤੁਸੀਂ ਬੈਲਜੀਅਮ ਆ ਕੇ ਕਮਾਈ ਕਰ ਸਕਦੇ ਹੋ ਵਧੀਆ ਉੱਥੋਂ ਪੇਪਰ ਬਣਾਉਣੇ ਥੋੜੇ ਜਿਹੇ ਮੁਸ਼ਕਲ ਨੇ ਬਣਾਉਣੇ ਔਖੇ ਆ ਵੀ ਇੱਥੇ ਆਓ ਇੱਥੇ ਬਣਾਓ 4-5 ਸਾਲ ਚਲੋ ਆਪਣਾ ਕਰੋ ਇੱਥੇ ਥੋੜਾ ਸਪੈਂਡ ਕਰੋ ਪਰ ਹਾਂ ਬੈਲਜੀਅਮ ਦੇ ਵਿੱਚ ਤੁਸੀਂ ਕਰਜ਼ਾ ਲਾਉਣਾ ਹੈ ਕਮਾਈ ਵਧੀਆ ਟੌਪ ਦੀ ਕਮਾਈ ਆ ਹਨਾ ਕੋਈ ਦਿੱਕਤ ਨਹੀਂ ਕਮਾਈ ਦੇ ਵਿੱਚ ਹਨਾ ਤੇ ਮਤਲਬ ਕਿ ਸਾਰਾ ਸੈੱਟ ਹੈ ਹਨਾ ਤੇ ਭਾਜੀ ਘਰਾਂ ਦੇ ਕਿਰਾਏ ਤੇ ਉਹ ਵੀ ਦੱਸ ਦਿਓ ਮਾੜਾ ਜਿਹਾ ਘਰਾਂ ਦੇ ਕਿਰਾਏ ਦਾ ਸਿਸਟਮ ਕੀ ਹੈ ਤੇ ਖਾਣ ਪੀਣ ਦਾ ਕਿੰਨਾ ਕੁ ਹਾਂਜੀ ਇੰਡੀਆ ਕਿੰਨੇ ਕੁ ਭੇਜ ਸਕਦੇ ਆਪਾਂ ਕਿਰਾਏ ਇਦਾਂ ਵੀ ਬਾਈ ਜੇ ਤਾਂ ਆਪਾਂ ਜਿੱਦਾਂ ਨਾ ਸਾਰੇ ਰਲ ਕੇ ਰਹਿੰਦੇ ਆ ਮੁੰਡਿਆਂ ਨਾਲ ਜਿਹੜਾ ਇੱਕ ਸਿਸਟਮ ਚੱਲਦਾ ਹੈ ਯੂਰਪ ਦੇ ਵਿੱਚ ਫਿਰ ਤਾਂ ਉਹੀ ਪਰ ਬੰਦੇ ਰਹੀ 100-150 ਯੂਰੋ ਦਾ ਆਉਂਦਾ ਕਿਰਾਇਆ ਤੇ ਜੇ ਆਪਾਂ ਇਕੱਲੇ ਨੇ ਰਹਿਣਾ ਜਾਂ ਕਿੱਦਾਂ ਆਪਾਂ ਅਪਾਰਟਮੈਂਟ ਲਿਆ ਹੋਇਆ ਘਰ ਉਹਦੇ 'ਚ ਰਹਿਣਾ ਫਿਰ
600 ਤੱਕ 500-600 ਤੱਕ ਅਪਾਰਟਮੈਂਟ ਆਪਾਂ ਨੂੰ ਮਿਲਦਾ ਹੈ। ਉਹਦਾ ਪਲੱਸ ਬਿਜਲੀ ਪਾਣੀ ਦਾ ਜਿਹੜਾ ਕਿਰਾਇਆ ਹੁੰਦਾ ਉਹ 100-150 ਯੂਰੋ ਉਹ ਵੀ ਆ ਜਾਂਦਾ ਹੈ। ਬਾਕੀ ਨੈਟ ਦਾ ਖਰਚਾ ਵੀ ਹੁੰਦਾ ਹੈ। ਤੇ ਉਹਦੇ ਨਾਲ ਬੈਟਰ ਹੁੰਦਾ ਵੀ ਜਿਹੜੇ ਬੰਦੇ ਨਵੇਂ ਨੇ ਆਣਾ ਉਹ ਤਾਂ ਚਲੋ ਮੁੰਡਿਆਂ 'ਚ ਹੀ ਰਹੇਗਾ ਨਾ, ਮੁੰਡੇ 'ਚ ਹਾਂ, ਕੋਈ ਇਕੱਲਾ ਬੰਦਾ ਆਉਂਦਾ ਤਾਂ ਮੁੰਡੇ 'ਚ 150 ਯੂਰੋ ਮਿਨੀਮਮ ਜਿਹੜਾ ਕਿਰਾਇਆ ਉੱਥੇ ਚੱਲਦਾ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਖਾਣ ਦਾ ਖਰਚਾ ਹੈ ਉਹ 100 ਤੋਂ 150 ਦੇ ਵਿੱਚ ਖਾਣ ਪੀਣ ਦਾ ਖਰਚਾ। ਇੰਡੀਆ ਦੇ ਦੱਸੋ ਭਾਜੀ ਕਿੰਨੇ ਕ ਆਪਾਂ ਪੈਸੇ ਭੇਜ ਸਕਦੇ ਇਹਦੇ ਵਿੱਚ ਜੇ ਆਪਾਂ ਮੰਥਲੀ ਆਪਾਂ ਮੰਨ ਲਓ ਜੇ 1500 ਯੂਰੋ ਦੀ ਕਮਾਈ ਕਰ ਰਹੇ ਆ ਤੇ ਉਹਦੇ ਵਿੱਚੋਂ ਆਪਣਾ 300-400 ਖਰਚਾ ਉੱਥੇ ਆ ਜਾਏਗਾ ਦਾ 11,000 ਯੂਰੋ ਮਤਲਬ 80-90,000 ਰੁਪਇਆ ਆਪਾਂ ਇੰਡੀਆ ਪਾ ਸਕਦੇ ਹਾਂ ਆਰਾਮ ਨਾਲ। ਤੇ ਕਈ ਬੰਦੇ ਤਾਂ ਭਾਜੀ ਨੇ ਸਿਰਫ ਐਦਾਂ ਦੱਸਿਆ ਕਿ ਨਾਰਮਲ 1500, ਜਿਹੜੇ ਬੰਦੇ ਵਧੀਆ 12 ਘੰਟੇ ਲਾਉਂਦੇ ਨੇ ਕਮਾਉਂਦੇ ਨੇ ਵੱਧ ਜ਼ਿਆਦਾ ਕਮਾਉਂਦੇ ਨੇ ਉਹ ਤਾਂ ਫਿਰ ਆਪਣੇ ਕੰਮ ਤੇ ਡਿਪੈਂਡ ਕਰਦਾ ਵੀ ਆਪਾਂ ਕਿੰਨਾ ਚਿਰ ਕਰ ਰਹੇ ਆ, ਕਿੱਦਾਂ ਦਾ ਕੰਮ ਕਰ ਰਹੇ ਆ। ਕਿਉਂਕਿ ਤੁਹਾਨੂੰ ਪਤਾ ਜੀ ਪੁਰਤਗਾਲ ਦੇ ਵਿੱਚ ਵੀ ਇਦਾਂ ਦੀ ਹੈ ਕਿ ਆਪਾਂ ਕਿਹੜਾ ਕੰਮ ਕਰਦੇ ਆ ਡਿਪੈਂਡ ਕਰਦਾ। ਭਾਈ ਇੱਥੇ ਵੀ ਹੁਣ ਕਈ ਆ, ਨਹੀਂ ਤਾਂ ਬੇਸਿਕ ਸੈਲਰੀ 665 ਹੀ ਹੈ, ਕਈ ਉਰੇ 1000 ਕਮਾ ਰਹੇ ਨੇ, 1100 ਵੀ ਕਮਾ ਰਹੇ ਨੇ। ਹਾਂਜੀ ਇਹ ਵੀ ਗੱਲ ਸਹੀ ਹੈ, ਡਿਪੈਂਡ ਕਰਦਾ। ਉਹਦਾ ਕੰਮ ਤੇ ਡਿਪੈਂਡ ਕਰਦਾ ਵੀ ਤੁਹਾਡੇ ਲਈ ਕਿੱਦਾਂ। ਭਾਜੀ ਉੱਥੇ ਫੈਮਿਲੀ ਦਾ ਕਿੱਦਾਂ ਰਹੂਗਾ? ਜੇ ਫੈਮਿਲੀ ਲੈ ਕੇ ਬੰਦੇ ਪੁੱਛਦੇ ਨੇ ਕਿ ਅਸੀਂ ਫੈਮਿਲੀ ਦਾ, ਕੁੜੀਆਂ ਦਾ ਕਿੱਦਾਂ? ਕੁੜੀਆਂ ਵੀ ਬਹੁਤ ਸਵਾਲ ਕਰਦੀਆਂ ਨੇ ਆਪਾਂ ਨੂੰ ਕਿ ਫੈਮਿਲੀ ਜਾਂ ਕੁੜੀਆਂ ਕੱਲੀਆਂ ਆਉਣ ਤਾਂ ਕਿੱਦਾਂ ਸਿਸਟਮ ਉੱਥੇ? ਕੁੜੀਆਂ ਦਾ ਵੀ ਹੈਗਾ ਕੋਈ ਇਹਨਾਂ ਦੀ ਕੋਈ ਰੋਕ ਟੋਕ ਤਾਂ ਨਹੀਂ ਹੈਗੀ? ਨਹੀਂ ਰੋਕ ਟੋਕ ਵਾਲੀ ਕੋਈ ਕੰਮ ਮਿਲ ਜਾਂਦਾ ਕੁੜੀਆਂ ਨੂੰ? ਬਿਲਕੁਲ ਸੇਫ ਹੈ ਉੱਥੇ, ਕੋਈ ਚੱਕਰ ਨਹੀਂ, ਕੰਮ ਵੀ ਮਿਲ ਜਾਂਦਾ। ਬਟ ਕੁੜੀਆਂ ਲਈ ਇਦਾਂ ਹੈ ਨਾ ਵੀ ਥੋੜਾ ਜਿਹਾ ਜਿੱਦਾਂ ਮੁੰਡੇ ਆਉਂਦੇ ਨੇ ਉਹ ਤਾਂ ਖੇਤੀ 'ਚ ਕੰਮ ਕਰ ਲੈਂਦੇ ਨੇ। ਹਾਂਜੀ, ਕੁੜੀਆਂ ਲਈ ਫਿਰ ਥੋੜਾ ਜਿਹਾ ਨਾ ਔਖਾ ਹੁੰਦਾ ਕੰਮ ਲੱਭਣਾ ਖੇਤਾਂ ਦੇ ਵਿੱਚ ਜਾ ਕੇ। ਇਦਾਂ ਉਹਨਾਂ ਲਈ ਫਿਰ ਇਦਾਂ ਵੀ ਜ਼ਿਆਦਾ ਕੰਮ ਕਿਧਰੇ ਉਹਨਾਂ ਨੂੰ ਉੱਥੇ ਪਹਿਲਾਂ ਆਣ ਕੇ ਲੈਂਗੁਏਜ ਸਿੱਖਣੀ ਪਏਗੀ ਜਾਂ ਇੰਗਲਿਸ਼ ਪਰਫੈਕਟਲੀ ਆਉਂਦੀ ਹੈ ਤਾਂ ਕਿਸੇ ਸ਼ੌਪ ਤੇ ਜਿੱਦਾਂ ਉੱਥੇ ਕੰਮ ਮਿਲ ਜਾਏਗਾ। ਬਾਕੀ ਇਹ ਵੀ ਜੇ ਉੱਥੇ ਉਦਾਂ ਸਟੱਡੀ ਵੀਜ਼ੇ ਤੇ ਆਉਂਦੀਆਂ ਨੇ ਜਾਂ ਉੱਥੇ ਰਹਿੰਦੀਆਂ ਬਿਲਕੁਲ ਸੇਫ ਨੇ, ਕੋਈ ਦਿੱਕਤ ਨਹੀਂ ਉੱਥੇ। ਮਤਲਬ ਕਿ ਫੈਮਿਲੀ ਦੀ ਵੀ ਵਧੀਆ, ਕਿ ਜੇ ਦੋ ਬੰਦੇ ਇਕੱਠੇ ਆਉਣ ਬੈਲਜੀਅਮ ਦਾ ਕੋਈ ਵੀਜ਼ਾ ਲਵਾ ਕੇ ਟੂਰਿਸਟ ਵੀਜ਼ਾ ਤਾਂ ਫੈਮਿਲੀ ਲਈ ਸੈੱਟ ਹੋ ਸਕਦਾ, ਵਧੀਆ ਹੋ ਸਕਦਾ ਜੀ ਬਿਲਕੁਲ ਉੱਥੇ। ਕਿਉਂਕਿ ਆਣ ਕੇ ਬਾਕੀ ਇਹ ਵੀ ਇੱਕ ਵਾਰੀ ਉੱਥੇ ਜ਼ਰੂਰ ਤੁਹਾਨੂੰ ਇਹ ਚਾਹੀਦਾ ਵੀ ਕੋਈ ਨਾ ਕੋਈ ਅੱਗੇ ਤੁਹਾਡਾ ਰਿਲੇਟਿਵ ਹੋਵੇ ਜਾਂ ਕਿੱਦਾਂ, ਜਿਹੜਾ ਵੀ ਇੱਕ ਵਾਰੀ ਤੁਹਾਨੂੰ ਆਂਦੇ ਅਕੋਮੋਡੇਸ਼ਨ ਵਗੈਰਾ ਘਰ ਵਗੈਰਾ ਪ੍ਰੋਵਾਈਡ ਕਰੇ। ਚਲੋ ਠੀਕ ਆ, ਤੁਸੀਂ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਨਾ ਵੀ ਕੋਈ ਫੈਮਿਲੀ ਵੀ ਆਰਾਮ ਨਾਲ ਰਹਿ ਸਕਦੀ ਹੈ, ਕੋਈ ਦਿੱਕਤ ਨਹੀਂ ਹੈ ਵੀ ਹਾਂ ਵੀ ਕਈ ਕੰਟਰੀਆਂ ਚਾਹੁੰਦੀ ਵੀ ਨਹੀਂ ਯਾਰ ਫੈਮਿਲੀ ਲਈ ਇੱਥੇ ਬਹੁਤ ਔਖਾ ਹੋ ਜਾਂਦਾ। ਜਿਵੇਂ ਪੁਰਤਗਾਲ ਫੈਮਿਲੀ ਲਈ ਜਿੱਦਾਂ ਦੇ ਕਮਾਈ ਬਹੁਤ ਘੱਟ ਹੈ, ਔਖਾ ਹੋ ਜਾਂਦਾ। ਜਿਹੜੇ ਕਈ ਫੈਮਲੀਆਂ ਅਸੀਂ ਦੇਖੀਆਂ ਖੁਦ ਵੀ ਅਨਲੀਗਲ ਤੌਰ ਤੇ ਰਹਿ ਰਹੀਆਂ, ਜਿਹਨਾਂ ਮਤਲਬ ਕਿ ਲੀਗਲ ਨਹੀਂ ਹੈ, ਕਾਰਡ ਨਹੀਂ ਹੈਗਾ, ਹਾਂ ਸਿਰਫ ਕੇਸ ਹੀ ਚੱਲ ਰਹੇ ਨੇ ਤੇ ਉੱਥੇ ਰਹਿ ਰਹੀਆਂ ਨੇ। ਤੇ ਕੋਈ ਪੁਲਿਸ ਦੀ ਦਿੱਕਤ ਆਉਂਦੀ ਉਹਨਾਂ ਨੂੰ? ਨਹੀਂ, ਪੁਲਿਸ ਦੀ ਕੋਈ ਦਿੱਕਤ ਨਹੀਂ, ਕਿਉਂਕਿ ਉੱਥੇ ਉਹ ਫਿਰ ਇਦਾਂ ਨਾ ਵੀ ਆਪਣੇ ਕੇਸ ਲਾ ਦਿੰਦੇ ਨੇ, ਉੱਥੇ ਉਹ ਚੱਲਦੇ ਰਹਿੰਦੇ ਨੇ, ਅਪੀਲ ਵਗੈਰਾ ਚੱਲਦੇ ਵਿੱਚ ਫਿਰ ਪੁਲਿਸ ਨਹੀਂ ਥੋੜੀ ਕੀਤਾ। ਤੇ ਬੈਲਜੀਅਮ ਦੇ ਮਤਲਬ ਸਹੂਲਤਾਂ ਕਿੱਦਾਂ ਦੀਆਂ ਨੇ ਉਹ ਵੀ ਦੱਸ ਦੋ ਮੜਿਆ, ਵੀ ਕਿੱਦਾਂ ਕੋਈ ਜਿੱਦਾਂ ਤੁਸੀਂ ਅਨਲੀਗਲ ਸੀ ਤੇ ਭਾਜੀ ਕੋਈ ਮੈਡੀਕਲ ਦੀ ਸਹੂਲਤ ਕਿੱਦਾਂ ਦੀਆਂ ਨੇ? ਅਨਲੀਗਲ ਬੰਦੇ ਨੂੰ ਕਿੱਦਾਂ ਦੀਆਂ ਮੈਡੀਕਲ ਸਹੂਲਤਾਂ ਨੇ? ਕੋਈ ਮੈਡੀਕਲ ਸਹੂਲਤ ਹੈਗੀ ਜਾਂ ਦਵਾਈ ਦਵਾਈ ਲੈਣ ਵੇਲੇ ਵੀ ਔਖਾ ਹੁੰਦਾ ਸੀ ਆਪਾਂ ਨੂੰ ਕੋਈ ਫਾਰਮੇਸੀ ਤੇ ਜਾਣਾ? ਨਹੀਂ, ਉਹ ਤਕਰੀਬਨ ਨਾ ਜਿੱਦਾਂ ਡਾਕਟਰ ਫੈਮਿਲੀ ਡਾਕਟਰ ਹੁੰਦੇ ਨੇ ਕੋਈ ਨਾ ਕੋਈ, ਜਿੱਦਾਂ ਨਾ ਸਾਡੇ ਤਾਂ ਉੱਥੇ ਨਾ ਜਿੱਦਾਂ ਅਸੀਂ ਕੇਸ ਕਰਵਾਏ ਸੀ, ਕੇਸ ਚੱਲਦੇ ਸੀ, ਅਸੀਂ ਜਾਂਦੇ ਸੀ ਫੈਮਿਲੀ ਡਾਕਟਰ ਕੋਲ, ਸਾਨੂੰ ਉੱਥੇ ਉਹਨਾਂ ਨੇ ਸਾਰਾ ਪ੍ਰੋਵਾਈਡ ਕਰਦੇ ਸੀ। ਹੁਣ ਜੇ ਬਿਲਕੁਲ ਕਿਸੇ ਕੋਲ ਕੁਝ ਨਹੀਂ ਹੈਗਾ ਨਾ ਉਹਦੇ ਲਈ ਵੀ ਉਹ ਕਰਦੇ ਆ ਫੈਮਿਲੀ ਡਾਕਟਰ। ਹਾਂ, ਵੀ ਫੈਮਿਲੀ ਡਾਕਟਰ ਕੋਲ ਜਾਓ, ਉਹ ਥੋੜੀ ਕਿਤੇ ਜ਼ਿਆਦਾ ਨਹੀਂ, ਉਹ ਮਤਲਬ ਕਿ ਜ਼ਿਆਦਾ ਪੁੱਛਗਿੱਛ ਨਹੀਂ ਕਰਦੇ ਵੀ ਤੂੰ ਅਨਲੀਗਲ ਹੈ ਜਾਂ ਲੀਗਲ ਹੈ, ਕੋਈ ਗੱਲ ਨਹੀਂ, ਉਹ ਜਿਹੜੀ ਉਹ ਪ੍ਰੋਬਲਮ ਹੈਗੀ ਉਹਨੂੰ ਦੇਖਦੇ ਆ, ਕਰਦੇ ਆ। ਹਾਂ, ਜੇ ਕੋਈ ਜ਼ਿਆਦਾ ਸੀਰੀਅਸ ਪ੍ਰੋਬਲਮ ਹੈ ਫਿਰ ਉਹ ਜ਼ਿਆਦਾ, ਕਿਉਂਕਿ ਜਿਹੜੀ ਜ਼ਿਆਦਾ ਖਰਚੇ ਵਾਲੀ ਗੱਲ ਹੈ, ਜਿੱਦਾਂ ਕਿਸੇ ਨੂੰ ਕੋਈ ਸੀਰੀਅਸ ਪ੍ਰੋਬਲਮ ਹੋ ਗਈ ਉਹਦੇ ਤੇ ਫਿਰ ਉਹ ਮੰਗਦੇ ਆ ਵੀ ਹਾਂ ਵੀ ਸਾਨੂੰ ਕੁਛ ਨਾ ਕੁਛ ਆਪਣਾ ਦਿਓ, ਡਾਕੂਮੈਂਟ ਵਗੈਰਾ ਦਿਓ ਵੀ ਆਪਾਂ ਤੁਹਾਡਾ, ਜੇ ਸੀਰੀਅਸ ਗੱਲ ਹੋਵੇ, ਸੀਰੀਅਸ ਮੈਟਰ। ਬਾਕੀ ਜਿਹੜਾ ਨਾਰਮਲ ਜਿਹੜਾ ਉਹ ਕੋਈ ਏਡਾ। ਤੇ ਬੈਲਜੀਅਮ ਕੰਟਰੀ ਜਿਵੇਂ ਹੁਣ ਪੁਰਤਗਾਲ ਵੀ ਘਰੇ ਬੈਠੇ ਨੂੰ ਕਈ ਵਾਰ ਉਹਦੇ ਫੁੰਦੋ ਲੱਗਦੀ ਹੈ, 400 ਯੂਰੋ ਦਿੰਦਾ ਹੈ, ਤੇ ਬੈਲਜੀਅਮ ਵੀ ਕੋਈ ਅਨਲੀਗਲ ਬੰਦੇ ਨੂੰ ਕੋਈ ਦਿੰਦਾ ਵੈਸੇ ਕੁਝ ਘਰੇ ਬੈਠੇ ਨੂੰ, ਜਾਂ ਕੰਮ ਨਾ ਹੋਵੇ ਬੰਦੇ ਕੋਲ ਕੰਮ ਲੱਭ ਕੇ ਦਿੰਦੇ ਨੇ ਉਹ? ਜਿਹਦਾ ਤਾਂ ਕੇਸ ਚੱਲ ਰਿਹਾ ਉੱਥੇ, ਜਿਹਦੇ ਕੋਲ ਕੋਈ ਨਾ ਕੋਈ ਉੱਥੇ ਡਾਕੂਮੈਂਟ ਹੈਗਾ, ਜਿੱਦਾਂ ਵੀ ਆਪਾਂ ਮੰਨ ਲਓ ਹੁਣ ਉੱਥੇ ਜਾਂਦੇ ਆ ਕੇਸ ਕਰਾਉਂਦੇ ਆ ਉਹਨੂੰ, ਉੱਥੇ ਉਹ ਕੋਈ ਨਾ ਕੋਈ ਕਾਰਡ ਇਸ਼ੂ ਕਰਦੇ ਆ, ਔਰੇਂਜ ਕਾਰਡ ਇੱਕ ਕਰਦੇ ਆ ਇਸ਼ੂ। ਜੇ ਉਹ ਔਰੇਂਜ ਕਾਰਡ ਵਗੈਰਾ ਇਸ਼ੂ ਕੀਤਾ ਹੋਇਆ ਉਹਨਾਂ ਨੂੰ, ਫਿਰ ਤਾਂ ਉਹਨਾਂ ਨੂੰ ਉੱਥੇ ਵੀ ਇਦਾਂ ਦੀ ਹੈਲਪ ਦਿੰਦੇ ਆ। ਹਾਂ, ਜੇ ਸਾਡੇ ਕੋਲ ਕੁਝ ਨਹੀਂ ਹੈਗਾ, ਬਿਲਕੁਲ ਆਪਾਂ ਅਨਲੀਗਲ ਆ ਜਾਂ ਸਿਰਫ ਇੱਕ ਨਾਰਮਲ ਸਾਡੀ ਅਪੀਲ ਚੱਲ ਰਹੀ, ਫਿਰ ਉਹ ਹੈਲਪ ਫਿਰ ਉਹ ਮੈਡੀਕਲ ਦੀ ਹੈਲਪ ਜ਼ਰੂਰ ਕਰਦੇ ਆ, ਬਾਕੀ ਨਹੀਂ। ਜੇ ਆਪਾਂ ਕਹੀਏ ਨਾ ਵੀ ਸਾਨੂੰ ਵੀ ਮੰਥਲੀ ਕੁਝ ਪੈਸੇ ਦੀ ਹੈਲਪ ਕਰਨਗੇ, ਨਹੀਂ, ਉਹ ਨਹੀਂ ਕਰਦੇ ਹੈਗੇ। ਸਿਰਫ ਜਿਹਦੇ ਕੋਲ ਜਿਹਦਾ ਕੇਸ ਚੱਲ ਰਿਹਾ ਮਿਨਿਸਟਰੀ ਦੇ ਵਿੱਚ ਉਹਦੀ ਹੈਲਪ ਕਰਦੇ, ਉਹਨੂੰ 900,000 ਯੂਰੋ ਤੱਕ ਦਿੰਦੇ ਨੇ। ਤੇ ਕਰੋਨਾ ਟਾਈਮ ਦੇ ਵਿੱਚ ਕਿੱਦਾਂ ਹੈਲਪ ਕੀਤੀ ਇਹਨਾਂ ਨੇ? ਕਰੋਨਾ ਟਾਈਮ ਦੇ ਵਿੱਚ ਫੁੱਲ ਹੈਲਪ ਉਹਨਾਂ ਨੇ ਕੀਤੀ, ਜਿਹੜੇ ਜੌਬਲੈਸ ਲੋਕ ਸੀ ਪੂਰਾ ਉਹਨਾਂ ਨੇ ਮਤਲਬ ਜਿੱਦਾਂ ਉਹਨਾਂ ਦੇ ਘਰਾਂ ਦੇ ਕਿਰਾਏ, ਬਿਜਲੀ ਦੇ ਬਿੱਲ ਮਾਫ ਕੀਤੇ, ਕਈ ਕੁਝ ਜਿਨ੍ਹਾਂ ਕੋਲ ਕੰਮ ਸੀਗਾ ਚਲੋ ਉਹਨਾਂ ਦਾ ਤਾਂ ਨਾਰਮਲ ਹੀ ਚੱਲਦਾ ਰਿਹਾ। ਜਿਨ੍ਹਾਂ ਕੋਲ ਨਹੀਂ ਸੀ ਉਹਨਾਂ ਨੇ ਅਪਲਾਈ ਕੀਤਾ ਉੱਥੇ ਤਾਂ। ਤੇ ਇੱਕ ਮੈਂ ਆਖਰੀ ਸਵਾਲ, ਕਈ ਬੰਦੇ ਉਰੇ ਤੁਹਾਨੂੰ ਪਤਾ ਜੀ ਮੇਰੇ ਚੈਨਲ ਦੇ ਵਿੱਚ ਬਹੁਤ ਬੰਦੇ ਗੋਰੀਆਂ ਬਾਰੇ ਪੁੱਛਦੇ ਨੇ, ਤਾਂ ਮੈਂ ਦੱਸਣਾ ਨਾ ਭਾਜੀ ਕਿ ਇੰਡੀਅਨ ਲੋਕ ਉੱਥੇ ਲਾਈਕ ਕਰਦੇ ਨੇ, ਗੋਰੀਆਂ ਕਰੇ ਲਾਈਕ ਕਰਦੇ ਨੇ ਇੰਡੀਅਨ ਬੰਦੇ ਨੂੰ ਆਪਣੇ ਨੂੰ, ਜਾਂ ਪਾਕਿਸਤਾਨੀ ਨੂੰ, ਜਾਂ ਆਪਣੇ ਜੋ ਵੀ ਹੈਗੇ ਨੇ। ਹਾਂਜੀ, ਉੱਥੇ ਜੀ ਇਦਾਂ ਬਹੁਤ ਸਾਰੇ ਆਪਣੇ ਬਹੁਤ ਲੋਕ ਨੇ ਜਿਨ੍ਹਾਂ ਨੇ ਉੱਥੇ ਹੀ ਵਿਆਹ ਕਰਵਾਏ ਨੇ, ਬਿਲਕੁਲ ਉੱਥੇ ਸੈੱਟ ਨੇ, ਪੱਕੇ ਰਹਿ ਰਹੇ ਨੇ ਉੱਥੇ ਹੀ, ਉਹਨਾਂ ਦੇ ਨਾਲ ਹੀ ਰਹਿ ਰਹੇ ਨੇ, ਤੇ ਕੋਈ ਇਦਾਂ ਦੀ ਦਿੱਕਤ ਨਹੀਂ ਆਪਣਾ। ਬਾਕੀ ਇਹ ਵੀ ਥੋੜਾ
ਆਪਣੇ ਤੇ ਵੀ ਡਿਪੈਂਡ ਕਰਦਾ ਆਪਾਂ ਉਹਨਾਂ ਨੂੰ ਕਿੱਦਾਂ ਜਾ ਕੇ ਉਹਨਾਂ ਨਾਲ ਮਿਲਦੇ ਆ, ਕਿੱਦਾਂ ਗੱਲਬਾਤ ਕਰਦੇ ਆ। ਠੀਕ ਹੈ ਜੀ। ਕਰਦੀ ਜੇ ਆਪਾਂ ਹਾਂਜੀ ਥੋੜਾ ਜਿਹਾ ਜ਼ਿਆਦਾ ਆਪਣਾ ਆਪ ਦਿਖਾਉਂਦੇ ਆ, ਫਿਰ ਉਹ ਤੁਹਾਨੂੰ ਪਤਾ ਹੀ ਇੱਥੇ ਦੇ ਲੋਕ ਇਦਾਂ ਦੇ ਪਿੱਛੇ ਹਟ ਜਾਂਦੇ ਨੇ। ਉੱਥੇ ਜਿਹੜੇ ਲੋਕ ਨੇ ਬਹੁਤ ਚੰਗੇ ਨੇ, ਮਤਲਬ ਚੰਗੇ ਨੇ, ਮਿਲਨਸਾਰ ਲੋਕ ਨੇ। ਤੇ ਕੋਈ ਮਤਲਬ ਕਿ ਜਿਹੜਾ ਆਪਾਂ ਉਰੇ ਪੁਰਤਗਾਲ ਦੇ ਵਿੱਚ ਆਪਾਂ ਨਾਰਮਲ ਚੀਜ਼ ਇੱਕ ਮੈਂ ਪੁੱਛਣਾ ਚਾਹੁੰਦਾ ਕਿ ਉਹਦਾ ਲਾਇਸੈਂਸ ਬਣਦਾ ਆਪਣਾ, ਆਪਾਂ ਉਹ ਚੇਂਜ ਕਰਵਾ ਲੈਣੇ ਆ। ਠੀਕ ਹੈ, ਉੱਥੇ ਕੋਈ ਇਦਾਂ ਅਨਲੀਗਲ ਬੰਦੇ ਵਾਸਤੇ, ਲੀਗਲ ਬੰਦੇ ਵਾਸਤੇ ਕੋਈ ਇਦਾਂ ਸਿਸਟਮ ਹੈ ਕਿ ਜੋ ਗੱਡੀ ਚਲਾ ਸਕੇ, ਗੱਡੀ ਲੈ ਸਕੇ ਆਪਣੀ, ਤੇ ਬਿਜ਼ਨਸ ਲਈ ਕੁਝ ਆਪਣੀ ਦੁਕਾਨ ਖੋਲ ਸਕੇ ਕਿੱਦਾਂ, ਕਿ ਪੇਪਰ ਲੈ ਕੇ ਕਰ ਸਕਦਾ ਸਾਰਾ ਕੁਝ? ਨਹੀਂ, ਪੇਪਰ ਲੈ ਕੇ, ਲਾਇਸੈਂਸ ਵਗੈਰਾ ਜੋ ਵੀ ਇਹਨੇ ਸਾਰਾ ਪੇਪਰ ਲੈ ਕੇ ਹੀ ਹੁੰਦਾ। ਉਹ ਤੋਂ ਚੇਂਜ ਕਰਾਉਣ ਦਾ ਕੋਈ ਆਪਸ਼ਨ ਨਹੀਂ। ਉੱਥੇ ਹੀ ਤੁਹਾਨੂੰ ਉੱਥੇ ਸਕੂਲ ਕਰਨਾ ਪੈਣਾ, ਉੱਥੇ ਹੀ ਸਕੂਲ ਕਰਨਾ ਪਏਗਾ, ਉੱਥੇ ਹੀ ਲਾਇਸੈਂਸ ਕਰਨਾ ਪਏਗਾ ਚੇਂਜ ਵਾਲਾ। ਮਤਲਬ ਕਿ ਜੋ ਵੀ ਆਪਾਂ ਕਰਨਾ ਸਭ ਪੇਪਰਾਂ ਤੋਂ ਬਾਅਦ ਹੀ ਹੁੰਦਾ। ਹਾਂ, ਜਾਂ ਤਕਰੀਬਨ ਹੀ ਪਹਿਲਾਂ ਤੁਹਾਨੂੰ ਜੇ ਦੇਖਿਆ ਜਾਏ ਤਾਂ ਬੈਲਜੀਅਮ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੈਲਜੀਅਮ ਕੰਟਰੀ ਕਿੰਨੇ ਟਾਈਮ 'ਚ ਪਾਸਪੋਰਟ ਜਿਹੜਾ ਜੇ ਤੁਸੀਂ ਪੇਪਰ ਲੈਣੇ ਪਹਿਲੇ ਸਾਲ ਕੋਈ ਕਾਰਡ ਦਿੰਦੀ ਹੈ ਕਿ ਪਾਸਪੋਰਟ ਇਸ਼ੂ ਕਰਦੀ ਹੈ ਕਿੱਦਾਂ? ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਪਹਿਲਾਂ ਤਾਂ ਉਹਨਾਂ ਨੇ ਤੁਹਾਨੂੰ, ਜਿੱਦਾਂ ਆਪਾਂ ਇੱਥੋਂ ਜੇ ਮੂਵ ਹੁੰਨੇ ਆ ਉੱਥੇ ਤਾਂ 5 ਸਾਲ ਦਾ ਕਾਰਡ ਦਿੰਦੇ ਨੇ। ਜੇ ਆਪਾਂ ਕਿਸੇ ਕੰਮ ਦੇ ਬੇਸ ਤੇ ਲੈਨੇ ਆ ਪੇਪਰ, ਜਾਂ ਜਿੱਦਾਂ ਕੋਈ ਸਟੱਡੀ ਵੀਜ਼ੇ ਤੇ ਆਇਆ ਜਾਂ ਕਿਸ ਤਰ੍ਹਾਂ ਵੀ ਕੰਮ ਦੇ, ਫਿਰ ਉਹ 1 ਸਾਲ ਦਾ ਕਾਰਡ, 1 ਸਾਲ ਦਾ। ਔਰ ਮੁੜ ਕੇ ਉਸ ਤੋਂ ਬਾਅਦ ਜੇ ਆਪਾਂ ਨੂੰ ਪਰਮਾਨੈਂਟ 5 ਸਾਲ ਦਾ ਕਾਰਡ ਹੈ, 5 ਸਾਲ ਦੇ ਕਾਰਡ ਤੋਂ ਬਾਅਦ ਫਿਰ ਉਹ ਆਪਾਂ ਪਾਸਪੋਰਟ ਅਪਲਾਈ ਕਰ ਸਕਦੇ ਆ 5 ਸਾਲ ਦੇ ਕਾਰਡ। ਜਿੱਦਾਂ ਇੱਥੇ ਪੁਰਤਗਾਲ ਦੇ ਵਿੱਚ ਹੈ ਨਾ ਵੀ 5 ਸਾਲ ਬਾਅਦ ਆਪਾਂ ਅਪਲਾਈ ਕਰ ਸਕਦੇ ਆ, ਮਤਲਬ ਕਿ ਪਾਸਪੋਰਟ ਉਹ ਦੇ ਦਿੰਦੇ ਨੇ ਆਪਾਂ ਨੂੰ। ਠੀਕ ਹੈ ਜੀ। ਤਾਂ ਜੀ ਫਿਰ ਆਪਣਾ ਜੇ ਕੋਈ ਬਾਈ ਨਾਲ ਆਪਾਂ ਸਾਰੀ ਗੱਲਬਾਤ ਕੀਤੀ ਹੈ, ਸਾਰੀ ਤੁਹਾਨੂੰ ਸੱਚਾਈ ਦੱਸੀ ਹੈ ਅਸੀਂ। ਤੇ ਬਾਈ ਜੀ ਨੇ 11 ਸਾਲ ਬੈਲਜੀਅਮ ਦੇ ਵਿੱਚ ਕੰਮ ਕੀਤਾ ਤੇ ਪੁਰਤਗਾਲ ਮੂਵ ਹੋਏ ਨੂੰ 2 ਸਾਲ ਹੋਏ ਨੇ, ਬਾਈ ਨੂੰ 13 ਸਾਲ ਹੋ ਗਏ ਟੋਟਲ ਯੂਰਪ ਦੇ ਵਿੱਚ। ਤੇ ਭਾਜੀ ਕਿੰਨੇ ਸਾਲ ਚ ਘਰੋਂ ਨਿਕਲੇ ਸੀ, ਕਦੋਂ ਨਿਕਲੇ ਸੀ? ਮਤਲਬ ਕਿ ਹੁਣ ਤੁਸੀਂ ਲਾ ਲਓ 2021 ਚੱਲਦਾ ਆਪਣਾ। ਹਾਂ, ਇਹਦੇ 'ਚ ਇਦਾਂ ਹੈ ਨਾ ਵੀ ਮੈਂ ਜਿੱਦਾਂ ਰਿਹਾ ਉੱਥੇ ਆਪਣਾ, ਜਿੱਦਾਂ ਬੈਲਜੀਅਮ ਰਿਹਾ 11 ਸਾਲ, ਉਸ ਤੋਂ ਬਾਅਦ ਮੈਂ ਇੰਡੀਆ ਚਲੇ ਗਿਆ। ਇੰਡੀਆ ਚਲੇ ਗਏ। ਫਿਰ ਮੈਂ ਉੱਥੇ ਇੰਡੀਆ ਰਿਹਾ 4-5 ਸਾਲ ਇੰਡੀਆ ਰਿਹਾ, ਫਿਰ ਮੈਂ ਵਾਪਸ ਆਇਆ। ਹੁਣ ਉਹਦਾ ਟੋਟਲ ਜੇ ਆਪਾਂ ਲਾਈਏ ਨਾ ਤਾਂ ਟੋਟਲ ਤਾਂ ਮੈਨੂੰ ਕਾਫੀ 18 ਸਾਲ ਜਿਹੜੇ ਨੇ ਵੀ ਆਪਣੇ ਘਰੋਂ ਸ਼ੁਰੂ ਤੋਂ ਹੁਣ ਤੱਕ ਨਿਕਲੇ ਨੂੰ 2003 ਦੇ ਵਿੱਚ ਮੈਂ, ਮਤਲਬ ਕਿ ਤੁਸੀਂ ਨਿਕਲਿਆ ਸੀ। ਤੁਸੀਂ ਮਤਲਬ ਕਿ ਬੈਲਜੀਅਮ ਤੋਂ ਸਿੱਧਾ ਪੁਰਤਗਾਲ ਮੂਵ ਨਹੀਂ ਹੋਏ, ਮਤਲਬ ਪਹਿਲਾਂ ਤੁਸੀਂ ਇੰਡੀਆ ਗਏ ਸੀ। ਫਿਰ ਮੈਂ ਆਇਆ ਬਾਅਦ ਦੇ ਵਿੱਚ ਇੱਥੇ, ਫਿਰ ਹੁਣ ਥੋੜਾ ਟਾਈਮ ਬੈਲਜੀਅਮ ਫਿਰ ਲਾਇਆ ਸੀ। ਉਸ ਤੋਂ ਬਾਅਦ ਫਿਰ ਮੈਂ ਇੱਥੇ, ਹੁਣ ਮਤਲਬ ਬੈਲਜੀਅਮ ਥੋੜਾ ਟਾਈਮ ਲਾ ਕੇ ਤੁਸੀਂ ਫਿਰ ਦੁਬਾਰਾ ਇੱਥੇ ਮੂਵ ਹੋਏ। ਮੈਂ ਵੀਜ਼ੇ ਦੇ ਵਿੱਚ ਆਪਣਾ, ਮਤਲਬ ਕਿ ਤੁਹਾਨੂੰ ਟੋਟਲ ਜੇ ਦੇਖਿਆ ਤਾਂ ਬਹੁਤ ਟਾਈਮ ਹੋ ਗਿਆ ਇੱਥੇ, ਬਹੁਤ ਟਾਈਮ ਹੋ ਗਿਆ। ਤੇ ਉਦਾਂ ਜਿਹੜੇ ਟੋਟਲ ਬੈਲਜੀਅਮ ਦੇ ਵਿੱਚ ਮੈਂ ਪਹਿਲਾਂ ਜਿਹੜੇ 11 ਸਾਲ ਲਾ ਕੇ ਫਿਰ ਉੱਥੋਂ ਆਪਣਾ ਪਹਿਲਾਂ ਫਿਰ ਇੰਡੀਆ ਗਏ ਸੀ ਤੁਸੀਂ, ਮਤਲਬ ਕਿ ਤੁਸੀਂ ਛੱਡ ਗਏ ਸੀ ਬੈਲਜੀਅਮ ਨੂੰ? ਛੱਡ ਗਏ, ਕਿਉਂਕਿ ਉੱਥੇ ਜਿੱਦਾਂ ਮੇਰਾ ਕੇਸ ਚੱਲਦਾ ਸੀ, ਉਹ ਨਹੀਂ ਉਹਨਾਂ ਨੇ ਪੋਜ਼ਿਟਿਵ ਕੀਤਾ ਉਹ ਪੇਪਰ। ਕੇਸ ਚੱਲਦਾ ਰਿਹਾ, ਮਤਲਬ ਕਿ ਕੋਈ ਉਹਨਾਂ ਨੇ ਉਹਨੇ ਪੇਪਰ ਦੇ ਦਿੱਤੇ ਤੁਹਾਨੂੰ, ਕੇਸ ਦੇ ਦਿੱਤੇ? ਹਾਂਜੀ, ਠੀਕ ਹੈ ਜੀ। ਮਤਲਬ ਕਿ ਤੁਸੀਂ 11 ਸਾਲ ਲਾ ਕੇ ਭਾਜੀ ਇੰਡੀਆ ਮੂਵ ਹੋ ਗਏ ਸੀ, ਤੇ ਉਸ ਤੋਂ ਬਾਅਦ ਫਿਰ ਬੈਲਜੀਅਮ ਆਏ ਨੇ, ਤੇ ਫਿਰ ਹੁਣ ਪੁਰਤਗਾਲ ਮੂਵ ਹੋਏ ਪੇਪਰ ਲੈ ਕੇ। ਹੁਣ ਮਤਲਬ ਕਿ ਇੱਥੇ ਫੈਮਿਲੀ ਸੈੱਟ ਕਰਨੀ ਹੈ ਜਾਂ ਹਨਾ ਠੀਕ ਕਰਨਾ ਸਿਸਟਮ ਆਪਣਾ ਸਿਸਟਮ ਇੱਕ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਹੈ। ਮੇਰੇ ਇੱਕ ਜਿਹੜਾ ਬੇਸਿਕ ਕਹਿੰਦੇ ਨਾ ਮੁੱਢ ਹੁੰਦਾ ਜਿਹੜਾ, ਉਹ ਚੱਲ ਪਿਆ, ਚਲੋ ਕਾਰਡ ਮਿਲ ਗਿਆ ਸਾਰਾ। ਠੀਕ ਹੈ ਚਲ ਸਹੀ ਹੈ ਜੀ। ਫਿਰ ਲਵ ਯੂ ਸਾਰੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਕੋਈ ਸਵਾਲ ਹੋਇਆ ਤਾਂ ਆਪਾਂ ਬਾਈ ਜੀ ਆਪਣੇ ਕੋਲ ਹੀ ਨੇ, ਹਨਾ ਠੀਕ ਹੈ ਜੀ। ਤੇ ਬਾਈ ਜੀ ਨੂੰ ਪੁੱਛ ਕੇ ਤੁਹਾਨੂੰ ਕਮੈਂਟਾਂ 'ਚ ਰਿਪਲਾਈ ਕਰ ਦੇਵਾਂ। ਕੋਈ ਬੈਲਜੀਅਮ ਬਾਰੇ ਕੋਈ ਸਵਾਲ ਹੋਇਆ ਤਾਂ ਇੱਦਾਂ ਹੀ ਚੈਨਲ ਸਬਸਕ੍ਰਾਈਬ ਕਰ ਲਓ। ਤੇ ਆਪਾਂ ਕੋਈ ਵੀ ਬੰਦਾ, ਇੱਥੇ ਬਹੁਤ ਮੁੰਡੇ ਆਉਂਦੇ ਹਨ ਭਾਜੀ, ਤੁਹਾਨੂੰ ਪਤਾ ਹੀ ਹੈ ਇੱਥੇ ਪੇਪਰ ਲੈਣਾ, ਤੁਹਾਨੂੰ ਪਤਾ ਹਰ ਕੰਟਰੀ ਤੋਂ ਮੁੰਡੇ ਆਉਂਦੇ ਨੇ। ਕਈ ਬੰਦੇ ਤੇ ਮੇਰੀ ਗੱਲ ਨਹੀਂ ਮੰਨਦੇ ਕਿ ਯੂਕੇ ਤੋਂ ਵਿੱਚੋਂ ਵੀ ਬਹੁਤ ਬੰਦਾ ਉਰੇ ਪੇਪਰ ਲੈਣ ਆਉਂਦਾ ਪੁਰਤਗਾਲ ਦੇ, ਤੇ ਫਰਾਂਸ ਤੋਂ, ਜਰਮਨ ਤੋਂ ਮੁੰਡੇ ਆਉਂਦੇ ਨੇ ਪੇਪਰ ਲੈਣ। ਤੇ ਆਪਾਂ ਸਾਰਿਆਂ ਨਾਲ ਗੱਲ ਕਰਕੇ ਤੁਹਾਨੂੰ ਦੱਸਾਂਗੇ ਵੀ ਕੀ ਸਿਸਟਮ ਹੈ ਜਰਮਨ ਦਾ। ਭਾਜੀ ਦੇਖੋ, ਜਿਵੇਂ ਜਰਮਨ ਕੰਟਰੀ ਵੀ ਛੇਤੀ ਪੇਪਰ ਨਹੀਂ ਦਿੰਦੀ, ਕਈ ਬੰਦੇ ਨਹੀਂ ਮੰਨਦੇ ਇਹ ਚੀਜ਼ ਨੂੰ ਕਿ ਬੈਲਜੀਅਮ ਹੋ ਗਿਆ, ਜਰਮਨ, ਫਰਾਂਸ, ਇਹ ਕੰਟਰੀਆਂ ਛੇਤੀ ਪੇਪਰ ਨਹੀਂ ਦਿੰਦੀ। ਆਸਟਰੀਆ ਵਗੈਰਾ ਹੋ ਗਈਆਂ, ਇਹ ਗੱਲ ਸੱਚੀ ਹੈ ਵੀ ਨਹੀਂ ਦਿੰਦੀਆਂ ਪੇਪਰ, ਕਿਉਂ? ਬਹੁਤ ਕੰਡੀਸ਼ਨਾਂ ਜਿਹੜੀਆਂ ਨੇ ਬਹੁਤ ਹਾਰਡ ਨੇ। ਹਾਂਜੀ ਮਤਲਬ ਕਿ ਇਹ ਕੰਟਰੀਆਂ ਪੇਪਰ ਨਹੀਂ ਦਿੰਦੀਆਂ ਬਾਈ ਜੀ, ਤਾਂ ਕਰਕੇ ਤੁਹਾਨੂੰ ਦੱਸ ਦਿੰਦੇ ਆ। ਤਾਂ ਕੋਈ ਸਵਾਲ ਹੋਇਆ ਤਾਂ ਬਾਈ ਜੀ ਆਪਣੇ ਕੋਲ ਹੀ ਨੇ, ਠੀਕ ਹੈ ਜੀ। ਤੇ ਤੁਹਾਨੂੰ ਪੁੱਛ ਕੇ ਦੱਸ ਦਾਂਗੇ, ਤਾਂ ਕਮੈਂਟਾਂ ਦੇ ਵਿੱਚ ਆਪਾਂ ਨੂੰ ਕੋਈ ਹਨਾ ਕੋਈ ਵੀ ਸਵਾਲ ਹੋਇਆ ਆਪਾਂ ਨੂੰ ਗੱਲ ਕਰ ਲਿਓ ਆਪਣੇ ਨਾਲ, ਹਨਾ ਜੀ, ਬੈਲਜੀਅਮ ਬਾਰੇ। ਤੇ ਬਾਈ ਜੀ ਨੂੰ ਬੈਲਜੀਅਮ ਦੀ ਪੂਰੀ ਨੌਲੇਜ ਸੀ, ਤੇ ਆਪਾਂ ਨੂੰ ਸਾਰੀ ਗੱਲ ਦੱਸਿਆ ਤੁਹਾਨੂੰ ਸੱਚਾਈ ਦੀ। ਤਾਂ ਲਵ ਯੂ ਸਾਰਿਆਂ ਨੂੰ, ਧੰਨਵਾਦ ਜੀ ਸਾਰਿਆਂ ਦਾ। ਓਕੇ ਜੀ, ਸਤਿ ਸ੍ਰੀ ਅਕਾਲ ਜੀ।